ਸਤਿ ਸ੍ਰੀ ਅਕਾਲ ਜੀ। ਸੁਦੇਸੀ ਰੰਗ ਸ਼ੋਅ ਦੇ ਵਿੱਚ ਸਵਾਗਤ ਹੈ ਦੋਸਤੋ। ਆਪਾਂ ਹਰ ਬੁੱਧਵਾਰ ਗੱਲਬਾਤ ਕਰਦੇ ਹਾਂ ਕੈਨੇਡੀਅਨ ਇਮੀਗ੍ਰੇਸ਼ਨ ਦੇ ਵਿੱਚ ਕੀ ਕੁਝ ਬਦਲਾਅ ਆ ਰਿਹਾ ਹੈ, ਕੀ ਕੁਝ ਨਵਾਂ ਆ ਰਿਹਾ ਹੈ। ਉਹ ਸਾਰੀਆਂ ਗੱਲਾਂ ਬਾਤਾਂ ਕਰਾਂਗੇ। ਸਮਾਰਟ ਇੰਟਰਨੈਸ਼ਨਲ ਇਮੀਗ੍ਰੇਸ਼ਨ ਤੋਂ ਮਨਜੀਤ ਮਾਹਲ ਸਾਹਿਬ ਸਟੂਡੀਓ ਵਿੱਚ ਆਉਂਦੇ ਹੁੰਦੇ ਆ ਤੇ ਇਹਨਾਂ ਕੋਲੇ ਜਿਹੜੀਆਂ ਲੇਟੈਸਟ ਇਮੀਗ੍ਰੇਸ਼ਨ ਦੇ ਨਾਲ ਸੰਬੰਧਿਤ ਕੁਝ ਜਿਹੜੀਆਂ ਤਬਦੀਲੀਆਂ ਹੁੰਦੀਆਂ ਜਾਂ ਕਿਹੜਾ ਕੁਝ ਨਵਾਂ ਚੱਲ ਰਿਹਾ ਉਹ ਗੱਲਾਂ ਬਾਤਾਂ ਕਰਦੇ ਹੁੰਦੇ ਆ, ਜਾਂ ਜਿਸ ਤਰ੍ਹਾਂ ਦੀਆਂ ਕਾਲ ਇਹਨਾਂ ਨੂੰ ਆਉਂਦੀਆਂ ਕਿ ਆਹ ਵਾਲਾ ਹੌਟ ਟੌਪਿਕ ਹੈਗਾ ਉਸ ਤੇ ਗੱਲਬਾਤ ਕਰਦੇ ਹੁੰਦੇ ਆ। ਸੋ ਤਿੰਨ ਇਹਨਾਂ ਦੀਆਂ ਬ੍ਰਾਂਚਿਸ ਹੈਗੀਆਂ ਜੀ। ਸਮਾਰਟ ਇੰਟਰਨੈਸ਼ਨਲ ਇਮੀਗ੍ਰੇਸ਼ਨ ਦੀਆਂ ਸਕਰੀਨ ਤੇ ਨੰਬਰ ਵੀ ਆਊਗਾ। ਮਾਹਲ ਸਾਹਿਬ ਤੋਂ ਵੀ ਆਪਾਂ ਪੁੱਛਾਂਗੇ ਤੁਸੀਂ ਇਮੀਗ੍ਰੇਸ਼ਨ ਦੇ ਸੰਬੰਧ ਵਿੱਚ ਤੁਹਾਨੂੰ ਸੇਵਾਵਾਂ ਚਾਹੀਦੀਆਂ ਕਿਸੇ ਵੀ ਪ੍ਰਕਾਰ ਦੀਆਂ, ਪਰ ਅਸੀਂ ਜਿਹੜੇ ਸ਼ੋਅ ਦੇ ਵਿੱਚ ਇੱਕ ਜਾਂ ਦੋ ਜਿਹੜੇ ਹੁੰਦੇ ਆ ਟੌਪਿਕ ਉਸ ਦੀ ਗੱਲਬਾਤ ਕਰਦੇ ਹਾਂ। ਪਰ ਇਮੀਗ੍ਰੇਸ਼ਨ ਦੇ ਰਿਲੇਟਡ ਤੁਹਾਨੂੰ ਕੋਈ ਵੀ ਸੇਵਾਵਾਂ ਚਾਹੀਦੀਆਂ ਤੁਸੀਂ ਗੱਲਬਾਤ ਕਰ ਸਕਦੇ ਹੋ। ਤੇ ਜੀ ਆਇਆਂ ਨੂੰ ਆਖੀਏ ਮਨਜੀਤ ਮਾਹਲ ਸਾਹਿਬ ਜੀ ਆਇਆਂ ਨੂੰ। ਜੀ ਬਰਾੜ ਸਾਹਿਬ ਸਤਿ ਸ਼੍ਰੀ ਅਕਾਲ ਤੁਹਾਨੂੰ ਤੇ ਸਾਰੇ ਦਰਸ਼ਕਾਂ ਨੂੰ ਮੇਰੇ ਵੱਲੋਂ ਤੇ ਸਾਡੀ ਸਮਾਰਟ ਇੰਟਰਨੈਸ਼ਨਲ ਇਮੀਗ੍ਰੇਸ਼ਨ ਦੀ ਪੂਰੀ ਟੀਮ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ, ਨਮਸਕਾਰ ਤੇ ਆਦਾਬ ਜੀ। ਜੀ ਆਇਆਂ ਨੂੰ ਮਾਹਲ ਸਾਹਿਬ। ਆਪਾਂ ਪਿਛਲੀ ਵਾਰ ਗੱਲਬਾਤ ਕੀਤੀ ਸੀ ਦੋ, ਇੱਕ ਨੂੰ ਚੇਂਜ ਕਰਤਾ ਸੀ ਮੌਕੇ ਮੁਤਾਬਕ। ਬਿਲਕੁਲ ਜੀ। ਸੋ ਇਸ ਵਾਰ ਵੀ ਗੱਲਬਾਤ ਕਰਾਂਗੇ। ਸਭ ਤੋਂ ਪਹਿਲਾਂ ਤੁਹਾਡੇ ਆਫਿਸ ਟਾਈਮਿੰਗ ਕਦੋਂ ਮਿਲ ਸਕਦੇ ਹੋ ਤੇ WhatsApp ਨੰਬਰ ਚਲਾਇਆ ਕਿ ਨਹੀਂ ਚਲਾਇਆ? ਨਹੀਂ ਜੀ। ਚਲਾਓ ਪਲੀਜ਼, ਜ਼ਰੂਰਤ ਆ। ਠੀਕ ਹੈ। ਸਮੇਂ ਦੀ ਜ਼ਰੂਰਤ ਆ ਕਿਉਂਕਿ ਨਾ ਸ਼ਾਇਦ ਆਪਾਂ ਨੂੰ ਕੋਈ ਪ੍ਰੋਗਰਾਮ ਦੇਖ ਰਹੇ ਆ ਜਿਹੜੇ WhatsApp ਤੇ ਮੈਸੇਜ ਕਰਨਾ ਦੁਨੀਆ ਦੇ ਵਿੱਚ ਦੇਖਿਆ ਜਾ ਰਿਹਾ ਆਪਣਾ ਜਿਹੜਾ ਲਾਈਵ ਪ੍ਰੋਗਰਾਮ ਆ ਨਾ। ਜਿਸ ਤਰ੍ਹਾਂ ਲਾਸਟ ਟਾਈਮ ਇੱਕ ਕਾਲ ਆਈ ਸੀ ਆਪਣੇ ਢੀਂਡਸਾ ਸਾਹਿਬ, ਉਹਨਾਂ ਦੀ ਕੋਈ ਇਟਲੀ ਤੋਂ ਸੀਗਾ ਜਾਂ USA ਤੋਂ। ਉਹਨਾਂ ਲਈ ਨਾ ਗੱਲ ਦੂਸਰੀ ਕਾਲ ਨਹੀਂ, ਉਹ ਨੰਬਰ ਡਾਇਲ ਕਰਨਾ, ਇੱਕ ਡਾਇਰੈਕਟ ਤੁਹਾਡਾ ਨੰਬਰ ਸੇਵ ਕਰਕੇ, ਈਵਨ ਕਿ ਜਿਹੜਾ ਸਾਡਾ ਆਫਿਸ ਦਾ ਨੰਬਰ ਹੈਗਾ ਨਾ ਆਲ ਲਿੰਕ ਦਾ, ਅਸੀਂ ਜਿਹੜਾ 905 ਵਾਲਾ ਨੰਬਰ ਆ ਉਸ ਤੇ ਵੀ ਤੁਹਾਨੂੰ WhatsApp ਨੰਬਰ ਮਿਲ ਜਾਂਦਾ ਹੈ। ਵੈਰੀ ਨਾਈਸ। ਠੀਕ ਹੈ। ਸੋ ਉਹ ਇੱਕ ਤੁਸੀਂ ਫੋਨ ਲੈ ਕੇ ਉਹਨੂੰ ਪਲੀਜ਼, ਮੈਂ ਤੁਹਾਨੂੰ ਪਹਿਲਾਂ ਵੀ ਕਹੀ 6-7-8 ਮਹੀਨੇ ਪਹਿਲਾਂ, WhatsApp ਨੰਬਰ ਚਲਾਓ। ਕਿਸੇ ਦਾ ਕੋਈ ਸਵਾਲ ਆ ਤੁਹਾਨੂੰ ਟੈਕਸਟ ਕਰਨਾ ਚਾਹੁੰਦਾ, ਬਹੁਤ ਈਜ਼ੀ ਹੋ ਜਾਂਦਾ ਤੇ ਅਗਲੇ ਟਾਈਮ ਤੁਸੀਂ ਚਲਾਉਣਾ ਹੈ। ਬਿਲਕੁਲ ਜੀ, ਨੈਕਸਟ ਟਾਈਮ ਚਲਾਇਆ ਹੋਇਆ ਹੋਊਗਾ। ਹਾਂ, ਤੇ ਹੁਣ ਤੁਸੀਂ ਆਪਣੇ ਆਫਿਸ ਟਾਈਮਿੰਗ ਤੇ ਕਿੱਦਾਂ ਤੁਹਾਡੇ ਨਾਲ ਅਪਰੋਚ ਕੀਤਾ ਮਿਲਿਆ ਜਾ ਸਕਦਾ? ਹਾਂ ਬਿਲਕੁਲ ਜੀ, ਜਿਵੇਂ ਆਫਿਸ ਆਪਣੇ ਇੱਥੇ ਤੁਸੀਂ ਦੱਸਿਆ ਪਹਿਲਾਂ ਤਿੰਨ ਨੇ। ਪਹਿਲੀ ਲੋਕੇਸ਼ਨ ਹੈਗੀ ਬਰੈਂਪਟਨ ਦੇ ਵਿੱਚ 7900 ਹਰਨਟਾਰੀਓ ਸਟਰੀਟ, ਸਵੀਟ ਨੰਬਰ 204, ਸਟੀਲਜ਼ ਐਂਡ ਹਰਨਟਾਰੀਓ ਦੇ ਇੰਟਰਸੈਕਸ਼ਨ ਲਾ ਕੇ ਕਲੋਜ਼ ਟੂ ਜਿਹੜਾ ਮੇਨ ਬੱਸ ਟਰਮੀਨਲ ਆ ਜਾਂ ਸ਼ਾਪਰ ਵਰਡ ਵੀ ਕਹਿੰਦੇ ਆਪਾਂ, ਉਹਦੇ ਨਾਲ ਜਿਹੜੀ ਬਫਲੋ ਗਰੁੱਪ ਦੀ ਬਿਲਡਿੰਗ ਆ ਹਾਈ ਰਾਈਜ਼ 5-6 ਮੰਜ਼ਲੀ ਆ, 5 ਮੰਜ਼ਲੀ, ਉਹਦੇ ਵਿੱਚ ਤੁਸੀਂ ਸੈਕੰਡ ਫਲੋਰ ਦੇ ਉੱਤੇ 204 ਨੰਬਰ ਯੂਨਿਟ ਮਿਲ ਸਕਦੇ ਹੋ। ਦੂਸਰੀ ਲੋਕੇਸ਼ਨ ਆਪਣੀ ਹੈਗੀ ਆ ਹਾਈਵੇ 27 ਐਂਡ ਫਿੰਚ ਕਲੋਜ਼ ਟੂ ਹੰਬਰ ਕਾਲਜ, 19 ਵੁੱਡਵਾਈਨ ਡਾਊਨਸ ਬੁਲੇਵਾਰਡ, ਯੂਨਿਟ ਨੰਬਰ 216 ਚ ਸੈਕੰਡ ਫਲੋਰ ਤੇ ਹੋਵੇ। ਤੇ ਥਰਡ ਲੋਕੇਸ਼ਨ ਆਪਣੀ ਹੈਗੀ 2100 ਐਲਸਮੇਅਰ ਡਰਾਈਵ, ਯੂਨਿਟ ਨੰਬਰ 202, ਉਹ ਹੈਗੀ ਆਪਣੇ ਸੈਂਟੇਨੀਅਲ ਕਾਲਜ ਦੇ ਲਾਗੇ ਐਲਸਮੇਅਰ ਐਂਡ ਜਿਹੜਾ ਇੰਟਰਸੈਕਸ਼ਨ ਹੈਗਾ ਆਪਣਾ ਮਾਰਕਮ ਦਾ, ਉਸ ਰੋਡ ਦੇ ਉੱਤੇ ਕਾਰਨਰ 'ਚ। ਤੁਸੀਂ ਤਿੰਨਾਂ ਲੋਕੇਸ਼ਨਾਂ ਦਾ ਨੰਬਰ ਇੱਕੋ ਹੀ ਆ, 905 795 9999 905 795 8999। ਅਪਾਇੰਟਮੈਂਟ ਬੁੱਕ ਕਰਾਉਣ ਲਈ ਐਕਸਟੈਂਸ਼ਨ ਹੈਗੀ 101, ਮੇਰੇ ਨਾਲ ਗੱਲ ਕਰਨ ਲਈ ਐਕਸਟੈਂਸ਼ਨ ਨੰਬਰ ਹੈਗੀ 107, ਮਿਸਟਰ ਸੰਜੇ ਸ਼ਰਮਾ ਨਾਲ ਗੱਲ ਕਰਨ ਲਈ ਐਕਸਟੈਂਸ਼ਨ ਨੰਬਰ ਹੈਗੀ 210। ਤੇ ਮਿਲਣ ਦੇ ਆਵਰਸ ਜਿਵੇਂ 10 ਵਜੇ ਤੋਂ ਲੈ ਕੇ 6:30 ਵਜੇ ਤੱਕ ਆਫਿਸ ਓਪਨ ਹੁੰਦਾ। ਤੁਸੀਂ 101 ਨੰਬਰ ਐਕਸਟੈਂਸ਼ਨ ਤੇ ਫੋਨ ਕਰਕੇ ਆਪਣਾ ਸਕੇਜੂਲ ਪਹਿਲਾਂ ਚੈੱਕ ਕਰ ਲਓ, ਫਿਰ ਅਗਲੇ ਮੂਹਰਲੇ ਬੰਦੇ ਦਾ ਸਕੇਜੂਲ ਚੈੱਕ ਕਰ ਲਓ, ਜਿਹੜਾ ਦੋਨਾਂ ਜਣਿਆਂ ਨੂੰ ਸੂਟ ਕਰਦਾ ਹੈਗਾ ਉਸ ਪੁਆਇੰਟ ਦੇ ਉੱਤੇ ਜਾਣੀ ਉਸ ਤੇ ਅਪਾਇੰਟਮੈਂਟ ਬਣਾ ਕੇ ਆਪਾਂ ਮਿਲ ਸਕਦੇ ਹਾਂ। ਵਨਸ ਇਨ ਏ ਵੀਕ ਸਕਾਰਬਰੋ ਆਫਿਸ 'ਚ ਵੀ ਵਿਜ਼ਿਟ ਹੁੰਦਾ, ਵਨਸ ਇਨ ਏ ਵੀਕ ਇਟੋਬੀਕੋ ਆਫਿਸ ਦੇ ਵਿੱਚ ਵੀ ਵਿਜ਼ਿਟ ਹੁੰਦਾ, ਪਰ ਮੇਨ 4-5 ਦਿਨ ਬਰੈਂਪਟਨ ਆਫਿਸ 'ਚ ਹੀ ਹੁੰਦੇ ਆ। ਸੋ ਫਿਰ ਵੀ ਕਿਸੇ ਨੂੰ ਕੋਈ ਵੀ ਇਮੀਗ੍ਰੇਸ਼ਨ ਸੰਬੰਧੀ ਸਰਵਿਸ ਜ਼ਰੂਰਤ ਹੈ ਤਾਂ ਅਪਾਇੰਟਮੈਂਟ ਬਣਾ ਕੇ ਮਿਲ ਸਕਦੇ ਹੋ। ਫੋਨ ਕਰਕੇ ਵੀ ਇਨਫੋਰਮੇਸ਼ਨ ਜੇ ਛੋਟੀ ਹੈਗੀ, ਕੁਐਸਚਨ ਛੋਟਾ ਮੋਟਾ ਹੈਗਾ ਤਾਂ ਆਪਾਂ ਉਹ ਵੀ ਆਨਸਰ ਕਰ ਸਕਦੇ ਹਾਂ ਉਹਨਾਂ ਦਾ। ਤੇ ਦੂਸਰਾ ਜਿਵੇਂ ਅੱਗੇ ਤੁਸੀਂ ਪੁੱਛਦੇ ਹੁੰਦੇ ਹੋ ਹਮੇਸ਼ਾ ਵੀ ਕੀ ਚਾਰਜਸ ਨੇ, ਕੀ ਹੈ ਫਸਟ ਕੰਸਲਟੈਂਸੀ, ਚਾਹੇ ਉਹ ਟੈਲੀਫੋਨਿਕ ਆ ਚਾਹੇ ਇਨ ਪਰਸਨ ਆ, ਆਲਵੇਜ਼ ਫ੍ਰੀ ਹੁੰਦੀ ਹੈ। ਜਦੋਂ ਕੋਈ ਵੀ ਉਹਨਾਂ ਦਾ ਸੂਟੇਬਲ ਕੇਸ ਜਿਹੜਾ ਵੀ ਆਪਾਂ ਡਿਸਕਸ ਕਰਾਂਗੇ ਉਹਦੀ ਜਿਹੜੀ ਵੀ ਫੀਸ ਨੋਮੀਨਲ ਹੋਊਗੀ ਉਹ ਐਡਵਾਂਸ 'ਚ ਦੱਸੀ ਜਾਊਗੀ। ਜੇ ਅਗਲੇ ਨੂੰ ਸੂਟ ਕਰਦਾ ਹੋਊਗਾ ਦੈਨ ਵੀ ਪ੍ਰੋਸੀਡ ਫਰਦਰ। ਨਹੀਂ, ਕੰਸਲਟੈਂਸੀ ਦੀ ਕੋਈ ਵੀ ਫੀਸ ਨਹੀਂ ਹੁੰਦੀ, ਉਹਨਾਂ ਨੂੰ ਪ੍ਰੋਪਰ ਗਾਈਡ ਕਰ ਦਿੱਤਾ ਜਾਊਗਾ ਵੀ ਤੁਹਾਨੂੰ ਕੀ ਕੀ ਚਾਹੀਦਾ, ਸਾਡੀਆਂ ਡਿਊਟੀਜ਼ ਕੀ ਹੋਣਗੀਆਂ, ਉਹਨਾਂ ਦੀਆਂ ਡਿਊਟੀਜ਼ ਕੀ ਹੋਣਗੀਆਂ, ਤਾਂ ਕਿ ਰਲ ਮਿਲ ਕੇ ਇੱਕ ਐਜ਼ ਏ ਟੀਮ ਆਪਾਂ ਜਿਹੜਾ ਫਾਈਨਲ ਡੈਸਟੀਨੇਸ਼ਨ ਉੱਤੇ ਪਹੁੰਚ ਸਕੀਏ। ਫਾਈਨਲ ਡੈਸਟੀਨੇਸ਼ਨ ਦਾ ਮਤਲਬ ਚਾਹੇ ਆਪਾਂ ਸਟੱਡੀ ਪਰਮਿਟ ਦੀ ਗੱਲ ਕਰਨੀ ਆ, ਚਾਹੇ ਸਟੱਡੀ ਤੋਂ ਬਾਅਦ ਵਰਕ ਪਰਮਿਟ ਦੀ ਗੱਲ ਕਰਨੀ ਆ, ਵਰਕ ਪਰਮਿਟ ਤੋਂ ਬਾਅਦ ਚਾਹੇ PR ਦੀ ਗੱਲ ਕਰਨੀ ਹੈ, ਕੋਈ PNP ਪ੍ਰੋਗਰਾਮ ਦੀ ਗੱਲ ਕਰਨੀ ਆ, ਜਾਂ ਉਸ ਤੋਂ ਬਾਅਦ ਤੁਸੀਂ ਹੁਣ PR ਵੀ ਹੋ ਗਏ ਹੋ, ਤੁਹਾਡੇ ਸਪਾਊਸ ਨੂੰ ਬੁਲਾਉਣਾ
ਜਾਂ ਸਪਾਊਸ ਨੂੰ ਬੁਲਾਉਣ ਤੋਂ ਪਹਿਲਾਂ ਪੇਰੈਂਟਸ ਨੂੰ ਸੁਪਰਵਾਈਜ਼ਰ ਤੇ ਬੁਲਾਉਣਾ, ਜਾਂ ਹੁਣ ਪਰਮਾਨੈਂਟ ਰੈਜ਼ੀਡੈਂਸੀ ਦੀਆਂ ਵੀ ਐਪਲੀਕੇਸ਼ਨ ਖੁੱਲ੍ਹਣੀਆਂ ਨੇ, ਜਾਂ ਕਿਸੇ ਵੀ ਭੈਣ ਭਰਾ ਨੂੰ, ਰਿਸ਼ਤੇਦਾਰ, ਦੋਸਤ ਮਿੱਤਰ ਨੂੰ ਕੋਈ ਹੋਰ ਓਕੇਜ਼ਨ ਆ ਰਿਹਾ, ਜਿਵੇਂ ਅੱਜ ਸਵੇਰੇ ਸਵੇਰੇ ਰਸਤੇ 'ਚ ਹੀ ਕਾਲ ਸੀ ਵੀ ਮੈਂ ਤੁਹਾਡੇ ਥਰੂ ਪਰਮਾਨੈਂਟ ਰੈਜ਼ੀਡੈਂਟ ਤਾਂ ਹੋ ਗਿਆ, ਹੁਣ ਮੇਰੀ ਇੱਥੇ ਇੰਗੇਜਮੈਂਟ ਐਂਡ ਵੈਡਿੰਗ ਦਾ ਪਲਾਨ ਆ, ਮੈਂ ਆਪਣੇ ਰਿਸ਼ਤੇਦਾਰਾਂ ਨੂੰ ਬੁਲਾਉਣਾ। ਸੋ ਥੀਸ ਕਾਈਂਡ ਆਫ ਇਵੈਂਟਸ ਜਿਹੜੇ ਲਾਈਫ ਦੇ ਵਿੱਚ ਆਉਂਦੇ ਹੁੰਦੇ ਨੇ, ਉਹ ਕੋਈ ਵੀ ਓਕੇਜ਼ਨ ਹੈਗਾ। ਹੁਣ ਸਪੈਸ਼ਲੀ ਦਿਨ ਖੁੱਲ੍ਹ ਗਏ ਨੇ, ਹਾਲਾਤ ਵੀ ਖੁੱਲ੍ਹ ਗਏ ਨੇ, ਕਰੋਨਾ ਤੋਂ ਵੀ ਹੁਣ ਥੋੜੀ ਜਿਹੀ ਰਾਹਤ ਮਿਲੀ ਹੋਈ ਹੈ ਆਪਾਂ ਨੂੰ। ਸੋ ਕਾਫੀ ਕੁਝ ਬਦਲਾਅ ਆ ਗਿਆ, ਟਰੈਵਲਿੰਗ ਵੀ ਨਾਰਮਲ ਸ਼ੁਰੂ ਹੋ ਗਈ ਆ। ਸੋ ਉਹਦੇ ਵਾਸਤੇ ਕਿਸੇ ਵੀ ਭੈਣ ਭਰਾ ਨੂੰ ਕੋਈ ਕੁਐਸਚਨ ਜਾਂ ਕੰਸਰਨ ਹੈਗਾ, ਫੀਲ ਫਰੀ ਟੂ ਕਾਲ ਸਮਾਰਟ ਇੰਟਰਨੈਸ਼ਨਲ ਇਮੀਗ੍ਰੇਸ਼ਨ ਸੋਲੂਸ਼ਨ। ਸਕਰੀਨ ਤੇ ਨੰਬਰ ਵੀ ਆ ਰਹੇ ਨੇ, ਜਾਂ ਤੁਸੀਂ ਸਾਡੀ ਵੈਬਸਾਈਟ ਆ ਜਿਹੜੀ www.siiscanada.com ਦੇ ਉੱਪਰ ਜਾ ਕੇ ਆਪਣੀ ਇਨਫੋਰਮੇਸ਼ਨ ਜਾਂ ਉੱਤੇ ਕੁਐਸਚਨ ਵੀ ਨੇ, ਜਾਂ ਸਾਡੀ ਐਪ ਵੀ ਬਣ ਚੁੱਕੀ ਹੈ ਇੱਕ IMM ਡੈਸਕ, ਉੱਤੇ ਜਾ ਕੇ ਵੀ ਜੇ ਤੁਸੀਂ ਕੁਐਸਚਨ ਪੁੱਛਦੇ ਹੋ, ਸਮਵਨ ਇਜ਼ देयर ਬੈਕ ਐਂਡ ਦੇ ਉੱਤੇ ਕੋਈ ਨਾ ਕੋਈ ਤੁਹਾਨੂੰ ਤੁਹਾਡੇ ਕੁਐਸਚਨ ਦੇ ਰਿਪਲਾਈ ਕਰੂਗਾ। ਤੁਹਾਡੀ ਪ੍ਰੀਵੀਅਸ ਫਾਈਲ ਲੱਗੀ ਹੋਈ ਆ, ਉਹਦੀ ਕੋਈ ਅਪਡੇਟ ਲੈਣੀ ਆ ਸਾਤੋਂ, ਫੋਨ ਸਮਟਾਈਮਸ ਜੇ ਕੋਈ ਬਿਜ਼ੀ ਹੈ, ਕਈ ਵਾਰੀ ਲਾਈਨ ਆਨਸਰ ਨਹੀਂ ਹੁੰਦੀ, ਦੈਨ देयर इज़ वन ਪ੍ਰੋਸੀਜਰ ਵੀ ਜੇ ਤੁਸੀਂ ਐਪ ਡਾਊਨਲੋਡ ਕਰ ਲੈਂਦੇ ਹੋ, ਅਸੀਂ ਰੀਸੈਂਟਲੀ ਬਣਾਈ ਆ, ਉਹ ਬਹੁਤ ਹੀ ਸਕਸੈਸਫੁਲ ਤਰੀਕੇ ਨਾਲ ਉਹ 'ਚ ਅਸੀਂ ਵੀ ਸੌਖੇ ਹੋ ਗਏ ਆ, ਤੇ ਜਿਹੜੇ ਜਿਨ੍ਹਾਂ ਦੀਆਂ ਐਪਲੀਕੇਸ਼ਨ ਲੱਗੀਆਂ ਹੋਈਆਂ ਨੇ ਉਹ ਵੀ ਬਹੁਤ ਸੌਖੇ ਹੋ ਗਏ। ਕਹਿੰਦੇ ਨਾ ਫੋਨ ਦਾ ਝੰਜਟ, ਜੇ ਰਾਤ ਨੂੰ ਵੀ ਖਿਆਲ ਚ ਆਇਆ ਨਾ ਅਗਲੇ ਦੇ ਵੀ 11 ਵਜੇ ਵੀ ਹੁਣ ਤਾਂ ਆਫਿਸ ਬੰਦ ਹੋ ਗਿਆ, ਐਪ ਦੇ ਵਿੱਚ ਕੁਐਸਚਨ ਪਾਤਾ, ਉਹਦਾ ਦੱਸ ਕੇ ਸਾਰਾ ਕੁਝ ਵੀ ਮੈਂ ਸੰਦੀਪ ਬਰਾੜ ਮੇਰੀ ਆ ਫਾਈਲ ਲੱਗੀ ਹੋਈ ਆ, ਦੂਜੇ ਦਿਨ ਜਦੋਂ ਆਫਿਸ ਖੁੱਲੂਗਾ ਤੇ ਉਹਦੀ ਵਾਰੀ ਆਉਂਦੀ ਹੈ ਤਾਂ ਉਹਨਾਂ ਨੂੰ ਜਵਾਬ ਪਹੁੰਚ ਚੁੱਕਿਆ ਹੋਊਗਾ। ਤੇ ਉਹ ਜਦੋਂ ਵੀ ਉਹ ਫ੍ਰੀ ਨੇ ਗਾ, ਜਿਵੇਂ ਬਰਾੜ ਸਾਹਿਬ ਜਦੋਂ ਵੀ ਫ੍ਰੀ ਨੇ ਆਪਣਾ ਐਪ ਖੋਲ ਕੇ ਉਹ ਚਾਂਸਰ ਦੇਖ ਸਕਦੇ ਨੇ। ਸੋ ਇਸ ਚੀਜ਼ ਦਾ ਵੀ ਬੈਨੀਫਿਟ ਤੁਸੀਂ ਲੈ ਸਕਦੇ ਹੋ, ਜਾਂ ਕਿਸੇ ਨੇ ਵੀ ਹੋਰ ਨੈਕਸਟ ਕਮਿੰਗ ਕੇਸਿਸ ਦੀ ਡਿਸਕਸ਼ਨ ਕਰਨੀ ਹੈਗੀ ਆ ਤਾਂ ਵੀ ਤੁਸੀਂ ਫੋਨ ਦੇ ਜ਼ਰੀਏ ਜਾਂ ਮਿਲ ਕੇ ਗੱਲਬਾਤ ਕਰਕੇ ਇਨਫੋਰਮੇਸ਼ਨ ਲੈ ਸਕਦੇ ਜੀ। ਬਿਲਕੁਲ ਜੀ। ਸੋ ਇਮੀਗ੍ਰੇਸ਼ਨ ਦੇ ਨਾਲ ਸੰਬੰਧਿਤ ਕਾਫੀ ਗੱਲਾਂ ਬਾਤਾਂ ਕਰਾਂਗੇ ਆਪਾਂ, ਤੇ ਨਾਲ ਦੀ ਨਾਲ ਮੈਂ ਕਹੂੰਗਾ ਮਾਹਲ ਸਾਹਿਬ, ਜਿਵੇਂ ਤੁਸੀਂ ਕਿਹਾ ਕਿ ਇਸ ਟਾਈਮ ਦਾ ਹੌਟ ਟੌਪਿਕ ਇਮੀਗ੍ਰੇਸ਼ਨ ਆ, ਉਹਦੀ ਗੱਲਬਾਤ ਕਰੂੰਗਾ। ਹਾਂਜੀ। ਨੀਲੀ ਪੱਗ ਬੰਨੀ ਆ, ਅਕਾਲੀਆਂ ਵਾਲੀ ਹੈ ਕਿ ਪੀਸੀ ਵਾਲੀ ਹੈ? ਦੇਖੋ ਕਿਸੇ ਨੂੰ ਹਸਾਉਣਾ ਬਹੁਤ ਵੱਡੀ ਗੱਲ ਹੈ ਨਾ। ਸੋ ਕਿੱਦਾਂ ਇੱਥੇ ਇਲੈਕਸ਼ਨ ਹੋ ਰਹੀ ਆ, ਇਲੈਕਸ਼ਨ ਦੇ ਵਿੱਚ ਫੋਰਡ ਸਰਕਾਰ ਦੁਆਰਾ ਜਿਹੜੀਆਂ ਪ੍ਰੋਵਿੰਸ ਦੇ ਵਿੱਚ ਕਾਫੀ ਮਤਲਬ ਬੜੇ ਖੁਸ਼ ਲੋਕ ਰਹੇ ਆ, ਵੈਸੇ ਫੈਡਰਲ ਨੂੰ ਵੀ ਕਾਫੀ ਇੱਥੇ ਜਿਹੜੇ ਇੱਥੇ ਸੀਗੇ ਹਨਾ। ਹਾਂਜੀ। ਸੋ ਕੀ ਇਹਨਾਂ ਦੀਆਂ ਪਾਲਿਸੀ ਵਗੈਰਾ ਰਹੀਆਂ ਨਵੀਆਂ ਕੋਈ ਪਾਲਿਸੀਆਂ ਤੁਹਾਡੇ ਹੱਕ 'ਚ ਕਿਹੜੀ ਸਰਕਾਰ ਦੇ ਲੱਗਦਾ ਹੈ ਕਿ ਵਧੀਆ ਹੋ ਸਕਦੀਆਂ, ਜਿਹੜੇ ਇੱਥੇ ਸਟੂਡੈਂਟ ਆ ਜਾਂ ਵਿਜ਼ਟਰ ਆ ਜਾਂ ਵਰਕ ਪਰਮਿਟ ਤੇ ਆਏ ਆ? ਹਾਂਜੀ, ਜਿਹੜੀਆਂ ਬੇਸਿਕਲੀ ਤਾਂ ਬਰਾੜ ਸਾਹਿਬ ਜਿਹੜੀਆਂ ਪਾਲਿਸੀਆਂ ਹੁੰਦੀਆਂ ਫੈਡਰਲ ਲੈਵਲ ਦੀਆਂ ਹੁੰਦੀਆਂ ਨੇ ਹਨਾ, ਪ੍ਰੋਵਿੰਸ ਤਾਂ ਥੋੜੀ ਬਹੁਤੀ ਆਪਣੀ ਫੀਡਬੈਕ ਦਿੰਦੀ ਆ ਉਹਨਾਂ ਨੂੰ, ਜਾਂ ਆਪਣੀ ਡਿਮਾਂਡ ਦੱਸਦੀ ਹੈ ਵੀ ਸਾਨੂੰ ਇਸ ਤਰ੍ਹਾਂ ਦੇ ਵਰਕਰ ਚਾਹੀਦੇ ਨੇ, ਜਾਂ ਇੱਕ PNP ਜਿਹੜਾ ਪ੍ਰੋਗਰਾਮ ਇਹਨਾਂ ਦਾ ਆਪਣਾ ਹੁੰਦਾ ਹੈਗਾ, ਉਹਦੇ ਵਿੱਚ ਕੁਝ ਲਿਸਟ ਆਫ ਆਕੂਪੇਸ਼ਨ ਇਨ ਹਾਈ ਡਿਮਾਂਡ ਕੱਢੀ ਜਾਂਦੀ ਹੈ ਤਾਂ ਕਿ ਉਹ ਪਰਮਾਨੈਂਟ ਰੈਜ਼ੀਡੈਂਸੀ ਵੱਲ ਵੱਧ ਸਕਣ, ਜਾਂ ਇਹਨਾਂ ਨੂੰ ਕਿਸ ਤਰ੍ਹਾਂ ਦੇ ਵਰਕਰ ਚਾਹੀਦੇ ਨੇ। ਉਹ ਜਿਵੇਂ ਪਹਿਲਾਂ ਕੰਪਿਊਟਰ ਰਿਲੇਟਡ ਡਰਾ ਨਿਕਲਦੇ ਰਹੇ ਸਪੈਸ਼ਲੀ PNP ਦੇ, ਫਿਰ ਕੰਸਟਰਕਸ਼ਨ ਦੇ ਵਿੱਚ ਬਹੁਤ ਜ਼ਿਆਦਾ ਮਤਲਬ ਡਿਮਾਂਡ ਰਹੀ ਆ ਹਰ ਇੱਕ ਕੈਟਾਗਰੀ ਦਾ। ਸਟਿਲ ਡਿਮਾਂਡ ਆ, ਇਹਦੀ ਪੂਰੀ ਨਹੀਂ ਹੋਣੀ, ਬਿਕਾਜ਼ ਕੰਸਟਰਕਸ਼ਨ ਰੁਕਣੀ ਨਹੀਂ, ਡਿਮਾਂਡ ਪੂਰੀ ਨਹੀਂ ਹੋਣੀ। ਬਿਲਕੁਲ ਠੀਕ ਹੈ। ਪਾਪੂਲੇਸ਼ਨ ਜਿਸ ਹਿਸਾਬ ਨਾਲ ਇਨਕਰੀਜ਼ ਹੋ ਰਹੀ ਆ, ਉਹਦਾ ਵੀ ਇੱਕ ਕਾਰਨ ਹੈ ਜੇ ਇਮੀਗ੍ਰੈਂਟ ਆ ਰਹੇ ਨੇ ਤਾਂ ਪਾਪੂਲੇਸ਼ਨ ਹੋ ਰਹੀ ਆ। ਜੇ ਪਾਪੂਲੇਸ਼ਨ ਹੋ ਰਹੀ ਆ, ਲੈਂਡਿੰਗ ਹੋ ਰਹੀ ਆ ਲੋਕਾਂ ਦੀ, ਤਾਂ ਹੀ ਘਰ ਬਣਨੇ ਨੇ। ਜੇ ਘਰ ਬਣਨੇ ਨੇ ਤਾਂ ਫਿਰ ਸਾਡੇ ਕਈ ਵਾਰੀ ਜਿਹੜੇ ਆਉਣ ਵਾਲੇ ਲੋਕ ਹੁੰਦੇ ਨੇ ਉਹਨਾਂ ਚੋਂ ਹੀ ਉਹ ਜੌਬਾਂ ਕਰਦੇ ਆ, ਜਾਂ ਕਈ ਵਾਰੀ ਬੁਲਾਏ ਜਾਂਦੇ ਨੇ, ਜਾਂ ਆਪਣੀ ਐਪਲੀਕੇਸ਼ਨ ਇਸ ਹਿਸਾਬ ਨਾਲ। ਹੁਣ ਰੀਸੈਂਟਲੀ PNP ਦੇ ਇੰਨੇ ਇੱਕ ਡਰਾ ਨਿਕਲੇ ਸੀ, ਹਾਲਾਂਕਿ ਅੱਜ ਟੌਪਿਕ ਨਹੀਂ ਸੀ ਇਹ, ਪਰ ਤੁਸੀਂ ਗੱਲ ਛੇੜ ਲਈ ਜੀ। PNP ਇੰਟਾਰੀਓ, ਜਿਵੇਂ ਹੁਣ ਗਵਰਨਮੈਂਟ ਦੀ ਗੱਲ ਕਰੀ ਜਾਵੇ, ਇਹਨਾਂ ਨੇ ਡਰਾਈਵਰਾਂ ਨੂੰ ਚਲੋ ਉਹ ਪੌਜ਼ ਕੀਤਾ ਹੋਇਆ ਨਾ, ਪਹਿਲਾਂ ਕਿਸੇ ਵੀ ਸਾਰੀਆਂ ਸਟੇਟਾਂ 'ਚ ਸਾਰੀਆਂ ਪ੍ਰੋਵਿੰਸ 'ਚ ਹੁੰਦੇ ਸੀ ਟਰੱਕ ਡਰਾਈਵਰ ਪੀਅਰ, ਪਰ ਕੱਲ ਇੰਟਾਰੀਓ 'ਚ ਨਹੀਂ ਸੀ ਹੁੰਦੇ। ਉਹ ਵੀ ਚਲੋ ਪ੍ਰਪੋਜ਼ਲਾਂ ਦੇ ਕੇ ਐਕਸੈਪਟ ਹੋ ਗਈ, ਮਨਜ਼ੂਰੀ ਮਿਲ ਗਈ, ਫਿਰ ਹੋਣ ਲੱਗ ਗਏ। ਹੁਣ ਟੈਂਪਰੇਰੀ ਤੌਰ ਤੇ ਆਲਮੋਸਟ ਮੋਰ ਦੈਨ 1 ਈਅਰ ਹੋ ਗਿਆ ਪੌਜ਼ ਲੱਗਿਆ ਹੈ। ਪਹਿਲਾਂ ਕਾਰਪੈਂਟਰ ਨਹੀਂ ਸੀ ਹੁੰਦੇ, ਵੈਲਡਰ ਨਹੀਂ ਸੀ ਹੁੰਦੇ, ਪਲੰਬਰ ਨਹੀਂ ਸੀ ਹੁੰਦੇ, ਡਰਾਈਵਰ ਇੰਸਟਾਲਰ ਨਹੀਂ ਸੀ ਹੁੰਦੇ, ਬਾਕੀ ਸਟੇਟਾਂ 'ਚ ਹੁੰਦੇ ਸੀ ਪਰ ਇੱਥੇ ਨਹੀਂ ਸੀ ਹੁੰਦੇ ਜੀ। ਰੂਫਰ ਨਹੀਂ ਸੀ ਹੁੰਦੇ, ਹੋਰ ਜਿਵੇਂ ਜਨਰਲ ਵਰਕਰ, ਕੰਸਟਰਕਸ਼ਨ ਦੇ, ਹਾਂਜੀ, ਸਟੋਨ ਲਾਉਣ ਵਾਲੇ, ਟਾਇਲ ਸੈਟਲਰ, ਬ੍ਰਿਕ ਲੇਅਰ ਕੀ। ਸੋ ਬਹੁਤ ਕੁਛ ਹੈਗਾ ਇਹਦੇ 'ਚ, ਇਟਸ ਵਾਸਟ ਫੀਲਡ। ਜਿੰਨਾ ਵੀ ਸਟਾਰਟਿੰਗ ਨੌਕ ਕੋਡ ਹੈ ਵਿਦ 72736382, ਇੰਨੇ ਕੁ ਉਹਦੇ ਵਿੱਚ ਆਕੂਪੇਸ਼ਨ ਟਾਈਟਲ ਆਉਂਦੇ ਨੇ, ਤੇ ਕਾਫੀ ਆਪਾਂ ਵੀ ਐਪਲੀਕੇਸ਼ਨਸ ਕੀਤੀਆਂ ਨੇ। ਅੱਛਾ, ਮੈਨੂੰ ਇੱਕ ਚੀਜ਼ ਦੱਸਿਓ, ਮੈਂ ਭੁੱਲ ਨਾ ਜਾਵਾਂ, ਇਹਦੇ ਨਾਲ ਰਿਲੇਟਡ ਆਪਣੀ ਕਮਿਊਨਿਟੀ ਦੇ ਵਿੱਚ ਬਹੁਤ ਘੱਟ
ਖਾਸ ਲੋਕ ਕਰਕੇ ਬ੍ਰੈਕਲੇਅਰ ਲੈ ਲਓ, ਇਦਾਂ ਦੇ ਹਾਂ, ਨਹੀਂ। ਫੇਮਰ ਵੀ ਆਪਣੇ ਘੱਟ ਹੈਗੇ ਨਹੀਂ ਹਨਾ। ਹੈਗੇ, ਨਹੀਂ ਸੋ ਕੀ ਮਤਲਬ ਇਹ ਡਿਮਾਂਡ ਕਿੰਨੀ ਜ਼ਿਆਦਾ ਹੈਗੀ ਆ ਹਾਂਜੀ। ਹਨਾ? ਕੋਈ ਸਰਕਾਰ ਦੀਆਂ ਕੋਈ ਪਾਲਿਸੀਜ਼ ਫੈਡਰਲ ਪ੍ਰੀਵੈਂਸ਼ਨ ਕੁਝ ਹੈ ਇਦਾਂ ਨਹੀਂ ਹੈ ਕਿ ਨਹੀਂ? ਔਰ ਕੀ ਇਹ ਮਤਲਬ ਕਿਸ ਤਰ੍ਹਾਂ ਅਪਲਾਈ ਹੁੰਦੇ, ਮਤਲਬ ਹੈ ਕੁਝ ਅਗਲਾ ਫਿਊਚਰ ਕੁਝ ਕਿ ਨਹੀਂ ਇਹਦਾ? ਨਹੀਂ, ਇਹਦਾ ਹੈਗਾ ਜੀ। ਜਿਵੇਂ ਹੁਣ ਚਾਹੇ ਆਪਣੇ ਇੱਥੇ ਬੱਚੇ ਸਟੱਡੀ ਕਰਨ ਆਏ ਨੇ, ਵਰਕ ਪਰਮਿਟ ਤੇ ਹੈਗੇ ਨੇ ਉਹ, ਜੇ ਉਹਨਾਂ ਚੋਂ ਕੋਈ ਇਸ ਫੀਲਡ ਦੀ ਕੋਈ ਐਕਸਪਰਟਾਈਜੇਸ਼ਨ ਰੱਖਦਾ, ਬੇਸਿਕਲੀ ਤੁਸੀਂ ਕਿਹਾ ਆਪਣੀ ਕਮਿਊਨਿਟੀ ਚੋਂ ਘੱਟ ਨੇ, ਥੋੜਾ ਜਿਹਾ ਹਾਰਡ ਕੰਮ ਆ। ਆਮ ਨਾਟ ਸੇਇੰਗ ਵੀ ਆਪਣੀ ਕਮਿਊਨਿਟੀ ਹਾਰਡ ਕੰਮ ਨਹੀਂ ਕਰਦੀ। ਜਿਵੇਂ ਯੂਜ਼ਲੀ ਕੀ ਆ, ਇੱਕ ਟ੍ਰੈਂਡ ਜਿਹਾ ਚਲਾ ਜਾਂਦਾ ਹੁੰਦਾ ਆਪਣੇ, ਹਾਂਜੀ ਵੀ ਆਪਾਂ ਤਾਂ ਜੇ ਟੈਕਸੀ ਪਾਉਣੀ ਟੈਕਸੀਆਂ ਪਾਉਣ ਲੱਗ ਜਾਓ, ਟਰੱਕਾਂ ਵੱਲ ਵੱਧ ਜਾਓ, ਜਾਂ ਆਪਾਂ ਹੋਰ ਕੰਮ ਕਰਨ ਲੱਗ ਜਾਓ। ਕਈ ਵਾਰੀ ਕੋਈ ਵੀ ਇੰਡਸਟਰੀ ਆ, ਜਿੱਧਰ ਨੂੰ ਮਰਜ਼ੀ ਹੋ ਜੀ, ਇੱਕ ਵਾਰੀ ਜੇ ਹੁਣ ਲਾ ਲਓ, ਜਦੋਂ ਅਸੀਂ ਬਿਜ਼ਨਸ ਚ ਆਏ ਆ 400 ਇਮੀਗ੍ਰੇਸ਼ਨ ਕੰਸਲਟੈਂਟ ਹੁੰਦਾ ਸੀ, ਹੁਣ 5000 ਆ। ਸੋ ਹੁਣ ਇਧਰ ਨੂੰ ਹੋ ਗਿਆ ਸੀ, ਫਿਰ ਰੀਅਲ ਸਟੇਟ ਵੱਲ ਨੂੰ ਹੋ ਜਾਂਦੇ ਆ, ਫਿਰ ਇੰਸ਼ੋਰੈਂਸ ਵੱਲ ਨੂੰ ਹੋ ਜਾਂਦੇ, ਜਿੱਧਰ ਨੂੰ ਅਸੀਂ ਟ੍ਰੈਂਡ ਜਿਹਾ ਬਣ ਜਾਂਦਾ ਉਧਰ ਨੂੰ ਹੋ ਜਾਂਦੇ ਆ। ਤੇ ਮੈਂ ਤਾਂ ਇਹ ਕਹਿੰਦਾ, ਕੰਮ ਕੋਈ ਵੀ ਨਹੀਂ ਮਾੜਾ, ਕੰਮ ਕੋਈ ਇੱਕ ਦੀ ਸਪੈਸ਼ਲਾਈਜੇਸ਼ਨ ਕਰ ਲਓ ਤੇ ਪੂਰਾ ਤੁਸੀਂ ਉਹਦੇ ਚ ਡੀਪ ਖੁੱਭ ਜਾਓ, ਤੇ ਜਿੰਨਾ ਵੀ ਤੁਸੀਂ ਕਰ ਸਕਦੇ ਹੋ ਆਪਣਾ ਫੀਡ 100% ਦੇ ਕੇ, ਤੇ ਕਾਮਯਾਬੀ ਮਿਲੂਗੀ। ਸੋ ਇਹਦੇ ਚ ਕਾਫੀ ਕੁਝ ਹੈਗਾ। ਹਾਂਜੀ। ਅੱਛਾ, ਮੈਨੂੰ ਅੱਜ ਦਾ ਹੌਟ ਜਿਹੜਾ ਟੌਪਿਕ ਤੁਹਾਨੂੰ ਲੱਗਦਾ, ਜਿਹੜੀਆਂ ਤੁਹਾਡੇ ਕੋਲੇ ਕਾਲ ਆ ਰਹੀਆਂ, ਹਾਂਜੀ। ਕਿਉਂਕਿ 2 ਸਾਲ ਤਾਂ ਔਖੇ ਨਿਕਲੇ, ਸਮਝੋ ਔਖੇ ਸੌਖੇ ਨਿਕਲ ਗਏ, ਚੰਗਾ ਉਹਦਾ ਵਾਹਿਗੁਰੂ ਦਾ ਪਾਣਾ। ਅੱਜ ਦੀ ਤਰੀਕ ਚ ਵਿੱਚ ਕਿਸ ਤਰ੍ਹਾਂ ਦੀਆਂ ਤੁਹਾਨੂੰ ਕਾਲ ਆ ਰਹੀਆਂ? ਔਰ ਮੈਂ ਚਾਹੂੰਗਾ ਕਿ ਜ਼ਰੂਰ ਕੋਈ ਜਿਹੜੀ ਨਾ ਕਈ ਵਾਰ ਕੋਈ ਟਰਬਲ ਹੁੰਦੀ ਆ ਕਿ ਇਸ ਬੰਦੇ ਨੂੰ ਆਈ, ਆਪਾਂ ਨਾਮ ਮੈਂਸ਼ਨ ਨਹੀਂ ਕਰ ਸਕਦੇ, ਪਰ ਉਹਦੇ ਕਰਕੇ ਕਿਸੇ ਹੋਰ ਨੂੰ ਉਹ ਪ੍ਰੋਬਲਮ ਨਾ ਆਵੇ, ਕਿਸ ਤਰ੍ਹਾਂ ਦੀ ਚੱਲ ਰਹੀ ਹੈ? ਇਸ ਤਰ੍ਹਾਂ ਦਾ ਦੇਖੋ, ਹੁਣ ਇੱਕ ਤਾਂ ਇਹ ਹੁੰਦਾ ਵੀ ਕਈ ਵਾਰੀ ਕਿ ਜਦੋਂ ਆਪਾਂ ਐਪਲੀਕੇਸ਼ਨ ਲਾਉਨੇ ਆ, ਜੇ ਲਾਈਫ ਦੇ ਵਿੱਚ ਕਦੇ ਵੀ ਕੋਈ ਤੁਸੀਂ ਮਿਸਟੇਕ ਕੀਤੀ ਹੋਈ ਆ, ਉਹ ਡਿਕਲੇਅਰ ਜ਼ਰੂਰ ਕਰੋ ਐਟ ਦਾ ਟਾਈਮ ਆਫ ਐਪਲੀਕੇਸ਼ਨ। ਇਹਨਾਂ ਨੂੰ ਲੱਗਦਾ, ਕਿਸੇ ਨੂੰ ਵੀ ਲੱਗਦਾ ਵੀ ਮੇਰੇ ਤੋਂ 5 ਸਾਲ ਪੁਰਾਣੀ ਗੱਲ ਆ, ਜਾਂ ਮੇਰੇ 10 ਸਾਲ ਪੁਰਾਣੀ ਗੱਲ ਆ, ਹੁਣ ਤਾਂ ਮੇਰੇ ਸਿਸਟਮ 'ਚ ਨਹੀਂ ਰਹੀ ਹੋਣੀ, ਹੁਣ ਤਾਂ ਮੇਰਾ ਪਾਸਪੋਰਟ ਵੀ ਬਦਲ ਗਿਆ। ਪਰ ਪਾਸਪੋਰਟ ਬਦਲ ਗਿਆ, ਨਾਮ, ਡੇਟ ਆਫ ਬਰਥ, ਫਿੰਗਰਪ੍ਰਿੰਟ ਹੋਏ ਹੁੰਦੇ ਨੇ, ਜਾਂ ਕੁਝ ਹੋਰ ਹੋਇਆ ਹੁੰਦਾ, ਉਹ ਸਿਸਟਮ 'ਚ ਰਹਿੰਦਾ ਹੁੰਦਾ। ਠੀਕ ਹੈ। ਹੁਣ ਕੁਝ ਟਰਬਲ ਇਸ ਤਰ੍ਹਾਂ ਦੇ ਲੋਕਾਂ ਨੂੰ ਆਈ ਆ, ਜਿਵੇਂ ਕਿਸੇ ਨੇ 10 ਸਾਲ ਪਹਿਲਾਂ ਵਿਜ਼ਟਰ ਵੀਜ਼ਾ ਦੀ ਐਪਲੀਕੇਸ਼ਨ ਕੀਤੀ, ਪਰ ਹੁਣ ਉਹ ਇੱਥੇ ਕਿਸੇ ਕਿਸਮ ਦੀ ਹੋਰ ਐਪਲੀਕੇਸ਼ਨ ਕਰ ਰਿਹਾ। ਉਹਦੇ 'ਚ ਆਉਂਦਾ ਹੁੰਦਾ ਕੁਐਸਚਨ ਵੀ ਤੁਸੀਂ ਕਦੇ ਕਿਸੇ ਕਿਸਮ ਦੀ ਐਪਲੀਕੇਸ਼ਨ ਕੀਤੀ ਸੀ ਪਹਿਲਾਂ ਕੈਨੇਡੀਅਨ ਸਰਕਾਰ ਨੂੰ ਜਾਂ US ਸਰਕਾਰ ਨੂੰ ਜਾਂ ਕਿਸੇ ਪਾਸੇ ਹੋਰ, ਉੱਥੇ ਜੇ ਨੋ ਕਰਤਾ, ਸੋ ਦੈਟ ਮੀਨਸ ਮਿਸ ਰਿਪਰੈਜ਼ੈਂਟੇਸ਼ਨ ਹੋ ਗਈ, ਉਹਨਾਂ ਤੇ ਬੈਨ ਲੱਗ ਗਿਆ। ਅਗਲੇ ਕਹਿੰਦੇ ਤੁਸੀਂ ਜਿਹੜੀ ਇਨਫੋਰਮੇਸ਼ਨ ਸੀ ਉਹ ਹਾਈਡ ਕੀਤੀ ਆ, ਟਰੂਥ ਹਾਈਡ ਕੀਤਾ। ਅੱਛਾ, ਇਹਦੇ ਜਿਹੜੇ ਕਾਰਨ ਹੋ ਸਕਦੇ ਆ, ਇਹ ਕੀ ਖੁਦ ਐਪਲੀਕੇਸ਼ਨ ਭਰਨੀ ਹੈ ਜਾਂ ਕੋਈ ਪ੍ਰੋਫੈਸ਼ਨਲ ਵੀ ਇਸ ਤਰ੍ਹਾਂ ਦੀ ਮਿਸਟੇਕ ਕਰ ਜਾਂਦਾ? ਪ੍ਰੋਫੈਸ਼ਨਲ ਨੂੰ ਜੇ ਆਪਾਂ ਇਨਫੋਰਮੇਸ਼ਨ ਡਿਸਕਲੋਜ਼ ਨਹੀਂ ਕਰਾਂਗੇ, ਜਦੋਂ ਤੁਹਾਨੂੰ ਮੂਰੇ ਬੈਠਾ ਪੁੱਛਦਾ ਵੀ ਹਾਂਜੀ ਕਦੇ ਅਪਲਾਈ ਕੀਤਾ ਸੀ, ਕਦੇ ਉੱਥੇ ਸਿਰ ਮਾਰੀ ਜਾਂਦੇ ਹੁੰਦੇ ਆ। ਓਕੇ, ਅਗਲੇ ਨੇ ਤਾਂ ਤੁਹਾਡੀ ਇਨਫੋਰਮੇਸ਼ਨ ਦਿੱਤੀ, ਤੁਹਾਤੋਂ ਫਾਰਮ ਭਰਵਾਏ, ਤੁਹਾਤੋਂ ਸਾਈਨ ਕਰਵਾ ਲਏ, ਹਾਂਜੀ ਦੱਸੋ ਆਹ। ਸੋ ਕਈ 1-2 ਕੇਸਾਂ ਦੇ ਵਿੱਚ ਇਸ ਤਰ੍ਹਾਂ ਵੀ ਹੋਇਆ, ਜਿਹੜਾ ਕਿ ਹੁਣ ਸਾਹਮਣਾ ਕਰਨਾ ਪੈ ਰਿਹਾ ਮੈਨੂੰ। ਵਿਜ਼ਟਰ ਵੀਜ਼ਾ ਦੀ ਐਪਲੀਕੇਸ਼ਨ ਕਰਾ ਲਈ ਬੈਕ ਹੋਮ ਕਿਸੇ ਤੋਂ, ਹੁਣ ਇੱਥੇ ਆ ਗਏ ਨੇ, ਚਲੋ ਹੁਣ ਉਹਨਾਂ ਦੀ ਜਿਹੜੀ ਇਨਫੋਰਮੇਸ਼ਨ ਨਿਕਾਲੀ ਗਈ ਵੀ ਹਾਂ ਵੀ ਤੁਸੀਂ ਕੀ ਕੀ ਭਰ ਕੇ ਆਏ ਸੀ, ਉਹਦੇ ਉੱਥੋਂ ਦੇ ਇਮੀਗ੍ਰੇਸ਼ਨ ਕੰਸਲਟੈਂਟ ਹੋਊਗਾ ਜਾਂ ਕੋਈ ਨਾਰਮਲ ਜਿਹੜੇ ਫਾਰਮ ਭਰ ਦਿੰਦੇ ਆ ਬੰਦੇ, ਉਹ ਹੋਣਗੇ। ਕਹਿੰਦਾ ਵੀ ਮੈਨੂੰ ਇਹ ਕਿਹਾ ਗਿਆ ਸੀ ਵੀ ਤੇਰਾ ਵੀਜ਼ਾ ਲੱਗ ਜਾਊਗਾ ਜੇ ਤੂੰ ਇੱਥੇ ਮੈਰਿਡ ਦਿਖਾ ਦੇ, ਜਦੋਂ ਕਿ ਉਹਦਾ ਬੰਦਾ ਮੈਰਿਡ ਹੀ ਨਹੀਂ। ਜਦੋਂ ਹੁਣ ਉਹਦੀ ਇਨਫੋਰਮੇਸ਼ਨ ਕੱਢੀ ਤਾਂ ਉੱਥੇ ਉਹ ਮੈਰਿਡ ਵੀ ਦਿਖਾਇਆ ਗਿਆ, 3 ਬੱਚਿਆਂ ਦਾ ਬਾਪ ਵੀ ਦਿਖਾਇਆ ਗਿਆ। ਜਦੋਂ ਇੱਥੇ ਆ ਕੇ ਕਿਹਾ ਵੀ ਹੀ ਨੈਵਰ ਗਾਟ ਮੈਰਿਡ, ਬੱਚੇ ਕਿੱਥੇ ਹੋ ਜਾਣਗੇ? ਤੇ ਜਿਹੜੇ ਡੇਟਾਂ 'ਚ ਮੈਰਿਡ ਦਿਖਾਇਆ ਗਿਆ, ਉਹਨਾਂ ਡੇਟਾਂ 'ਚ ਉਹ ਕੰਟਰੀ ਦੇ ਵਿੱਚ ਹੀ ਨਹੀਂ ਸੀ। ਉਹ ਮਤਲਬ ਜਿਵੇਂ ਕਈ ਵਾਰੀ ਆਪਾਂ ਹੋਰ ਜੇ ਇਸ ਤਰ੍ਹਾਂ ਦਾ ਕੋਈ ਕੇਸ ਆਉਂਦਾ ਹੈ, ਜਿਵੇਂ ਤੁਸੀਂ ਦੱਸਿਆ ਇਹ ਆ, ਜਾਂ ਕੁਝ ਹੋਰ ਵੀ ਇਦਾਂ ਦੇ ਹੋ ਜਾਂਦੇ ਆ, ਉਹਨਾਂ ਨੂੰ ਤੁਰੰਤ ਇਥੋਂ ਕਹਿ ਨਹੀਂ ਸਕਦੇ ਚਲੋ ਤੁਸੀਂ ਗਲਤ ਆਏ ਆ। ਉਹੀ ਹੈ ਨਾ ਵੀ ਹੁਣ ਜਦੋਂ ਅਗਲੀ ਕੋਈ ਐਪਲੀਕੇਸ਼ਨ ਕਰੋਗੇ, ਕਿਉਂਕਿ ਉਦੋਂ ਐਟ ਦਾ ਟਾਈਮ ਆਫ ਐਪਲੀਕੇਸ਼ਨ ਤਾਂ ਇਹ ਮੰਨਿਆ ਗਿਆ ਵੀ ਹਾਂ ਮੈਰਿਡ ਆ ਤੇ ਬਾਲ ਬੱਚੇਦਾਰ ਹੈਗਾ, ਇਸ ਕਰਕੇ ਇਹਦੀਆਂ ਟਾਈਜ਼ ਬੈਕ ਹੋਮ ਹੈਗੀਆਂ ਨੇ, ਇਹਨੂੰ ਵਿਜ਼ਟਰ ਵੀਜ਼ਾ ਦੇ ਦਿਓ। ਜਿਵੇਂ ਜਿਹੜੇ ਟੂਰਿਸਟ ਪ੍ਰੋਗਰਾਮ ਲਈ ਚੱਲਿਆ ਜਾਊਗਾ, ਜਾ ਕੇ ਵਾਪਸ ਮੁੜ ਕੇ ਆ ਜਾਊਗਾ, ਕਿਉਂਕਿ ਉਹਦੀ ਵਾਈਫ ਵੀ ਇੱਥੇ, ਇਹਦੇ ਬੱਚੇ ਵੀ ਇੱਥੇ ਆ। ਹੁਣ ਉਹ ਲਿਆ ਭਗਵਾਨ ਆਪਦੀ ਇੰਡੀਆ ਤੋਂ। ਹਾਂ, ਹੁਣ ਉਹ ਭਗਵਾਨ ਤਾਂ ਜੇ ਹੋਊਗੀ ਤਾਂ ਹੀ ਆ। ਹੁਣ ਉਹ ਹੁਣ ਅੱਗੇ ਪ੍ਰੋਸੀਡ ਕਰਨਾ ਚਾਹੁੰਦਾ ਵੀ ਮੇਰੀ ਆ ਐਜੂਕੇਸ਼ਨ ਆ, ਮੇਰਾ ਐਕਸਪੀਰੀਅੰਸ ਆ, ਮੇਰਾ ਅੱਗੇ ਕੁਝ ਕਰ ਦੋ, ਜਾਂ ਮੇਰੀ PR। ਜਦੋਂ ਉਹ ਦੇਖਿਆ ਗਿਆ ਵੀ ਆ ਕਿੱਥੇ ਆ, ਤਾਂ ਦੈਨ ਐਵਰੀਬਾਡੀ ਇਜ਼ ਸਟਕ देयर। ਹੁਣ ਜੇ ਤਾਂ ਇੱਕ ਗੱਲ ਤੁਹਾਨੂੰ ਦੱਸਾਂ, ਕਈ ਵਾਰ ਉਹ ਭਰਨ ਵਾਲਾ ਨਹੀਂ, ਸਾਰੇ ਰਲੀ ਮਿਲੀ ਹੁੰਦੇ ਆ, ਪਰ ਐਂਡ ਤੇ ਦੇਖੋ ਜਿਹਨੇ ਕੰਮ ਕਰਨਾ ਉਹਨੇ ਆਪਣੀ ਫੀਸ ਲਈ ਉਹਨੇ ਭਰਤਾ, ਭੁਗਤਣੀਆਂ ਤਾਂ ਭਾਈ ਤੈਨੂੰ ਪੈਣੀ ਹੈ। ਬਿਲਕੁਲ ਬਿਲਕੁਲ ਬਿਲਕੁਲ। ਹੁਣ ਇਸ ਤਰ੍ਹਾਂ ਦੀਆਂ ਗੱਲਾਂ ਤੁਸੀਂ ਕਿਹਾ ਵੀ ਖਿਆਲ ਰੱਖਣ ਦੀ ਲੋੜ ਹੁੰਦੀ ਹੈ। ਜੇ ਆਪਾਂ ਅੱਗੇ ਸੋਚਦੇ ਹਾਂ, ਫਿਊਚਰ ਸੋਚਦੇ ਹਾਂ ਕੁਝ, ਫਿਰ ਨਹੀਂ। ਜੇ ਸਿਰਫ ਉਹਨੂੰ ਵਿਜ਼ਟਰ ਵੀਜ਼ਾ ਲੈਣ ਤੱਕ ਕੀ ਮਤਲਬ ਸੀ ਵੀ ਲਿਆ, ਮਹੀਨਾ 20 ਦਿਨ ਘੁੰਮਿਆ, ਦਿਨ ਚਲੇ ਗਏ, ਵਾਪਸ ਆ ਗਏ, ਫਿਰ ਜੋ ਮਰਜ਼ੀ ਕਰੀ ਚੱਲੋ। ਪਰ ਫਿਰ ਵੀ ਮੈਂ ਕਹਿੰਦਾ ਹੁੰਦਾ ਵੀ ਕੋਈ ਵੀ ਜਿਹੜਾ ਸਰਟੀਫਾਈਡ ਇਮੀਗ੍ਰੇਸ਼ਨ ਕੰਸਲਟੈਂਟ ਆ, ਇੰਸਟੈਡ ਆਫ ਗੋਸਟ ਕੰਸਲਟੈਂਟ ਦੀ ਬਜਾਏ
ਕਿਸੇ ਪ੍ਰੋਫੈਸ਼ਨਲ ਕੋਲ ਜਾਓ, ਉਹ ਥੋੜਾ ਜਿਹਾ ਫਿਰ ਐਥੀਕਲ ਹੁੰਦੇ ਨੇ ਬੰਦੇ ਐਜ਼ ਕੰਪੇਅਰ ਟੂ ਡਰ ਹੁੰਦਾ ਉਹਨਾਂ ਨੂੰ ਕੋਈ ਗਵਰਨਿੰਗ ਬਾਡੀ ਕੰਟਰੋਲ ਕਰ ਰਹੀ ਹੈ। ਜਿਨ੍ਹਾਂ ਨੂੰ ਕੋਈ ਡਰ ਹੀ ਨਹੀਂ ਹੈਗਾ, ਕੋਈ ਕੰਟਰੋਲ ਹੀ ਨਹੀਂ ਹੈਗਾ, ਉਹਨਾਂ ਨੇ ਤਾਂ ਇੱਕ ਵਾਰੀ ਠਾ 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 ਆਪਣਾ ਕਰੀ ਜਾਣਾ ਹੁੰਦਾ। ਸੋ ਜਿਹੜੀਆਂ ਇਹ ਗੱਲਾਂ ਨੇ ਖਿਆਲ ਰੱਖਣ ਵਾਲੀਆਂ। ਪਰ ਜਿਹੜਾ ਹੁਣ ਅਸੀਂ ਇਹਨਾਂ ਦਿਨਾਂ 'ਚ ਪੂਰੀਆਂ ਤਿਆਰੀਆਂ ਦੇ ਵਿੱਚ ਆ, ਮਈ ਸ਼ੁਰੂ ਹੋ ਗਿਆ, ਜੂਨ ਜੁਲਾਈ ਦੇ ਵਿੱਚ ਡਰਾ ਨਿਕਲਣੇ ਨੇ ਸਾਰੀਆਂ ਚੀਜ਼ਾਂ ਦੇ। ਹੁਣ ਈਵਨ ਕਿ ਜਿਵੇਂ ਹੁਣ ਅੰਟਾਰੀਓ ਸਰਕਾਰ ਦੀ ਤੁਸੀਂ ਇਲੈਕਸ਼ਨ ਦੀ ਗੱਲ ਕਰਦੇ ਸੀ, 2 ਜੂਨ ਤੱਕ ਸਾਰਾ ਕੁਝ ਪੌਜ਼ ਹੋਇਆ ਹੋਇਆ। ਵੀ ਆਰ ਨਾਟ ਡਿਮੋਟਿੰਗ, ਵੀ ਆਰ ਨਾਟ ਪ੍ਰਮੋਟਿੰਗ ਐਨੀ ਕਾਈਂਡ ਆਫ ਅੰਟਾਰੀਓ ਪੀਐਨਪੀ ਦੀ ਕਿਸੇ ਕੈਟਾਗਰੀ ਨੂੰ। ਹਾਂ, ਐਪਲੀਕੇਸ਼ਨ ਲਾ ਦਿਓ, ਵੀ ਵਿਲ ਸੀ ਜਦੋਂ ਆਪਣੀ ਇਲੈਕਸ਼ਨ ਤੋਂ ਬਾਅਦ ਦੁਬਾਰਾ ਇਹਨਾਂ ਦੀ ਕੀ ਪਾਲਿਸੀ ਆਉਂਦੀ ਹੈ, ਕਿਸ ਤਰ੍ਹਾਂ ਆਉਂਦਾ, ਕਿਸ ਤਰ੍ਹਾਂ ਕੰਮ ਚੱਲਦਾ। ਠੀਕ ਹੈ, ਫॉर द टाइम बीइंग ਪੌਜ਼ ਆ, ਬੰਦ ਆ, ਮੈਂ ਕਹੂੰਗਾ ਨਾ ਕੋਈ ਕਿਸੇ ਕਿਸਮ ਦੀ ਮਾਲ ਸਾਹਿਬ ਇੱਕ ਚੀਜ਼ ਹੋਰ ਮੈਂ ਭੁੱਲ ਨਾ ਜਾਵਾਂ, ਜਦੋਂ ਪਿਛਲੀ ਵਾਰ ਆਪਾਂ ਪ੍ਰੋਗਰਾਮ ਕਰਦੇ ਹੁੰਦੇ ਸੀ, ਕੋਵਿਡ ਦੌਰਾਨ ਕਰਦੇ ਰਹੇ ਹਾਂ, ਹਾਂਜੀ, ਕਿ ਬਹੁਤ ਸਾਰੇ ਡਰਾ ਨਿਕਲੇ, ਬਹੁਤ ਲੋ ਮਤਲਬ ਹਾਂ ਗਏ ਸੀ, ਹਾਂ ਠੀਕ ਹੈ ਜੀ। ਸੋ ਉਸ ਟਾਈਮ ਤੁਸੀਂ ਕਹਿੰਦੇ ਹੁੰਦੇ ਸੀ ਕਿ ਭਾਈ ਐਪਲੀਕੇਸ਼ਨ ਲਾ ਲਓ, ਕਈ ਵਾਰ ਅਸੀਂ ਲਾਉਂਦੇ ਨਹੀਂ ਯਾਰ, ਇਹ ਤਾਂ ਹੋਣਾ ਹੀ ਨਹੀਂ। ਔਰ ਉਹ ਚੀਜ਼ਾਂ ਹੋਈਆਂ ਜਿਹੜੀਆਂ ਮਤਲਬ ਸੰਭਵ ਨਹੀਂ ਸੀ, ਅਸੰਭਵ ਚੀਜ਼ਾਂ ਹੋ ਗਈਆਂ। ਬਿਲਕੁਲ। ਸੋ ਅੱਜ ਦੀ ਤਰੀਕ ਦੇ ਵਿੱਚ ਜਿਹੜੇ ਆਪਾਂ ਨੂੰ ਸੁਣ ਰਹੇ ਆ, ਦੇਖ ਰਹੇ ਆ, ਦੁਨੀਆ ਭਰ ਚ ਦੇਖ ਰਹੇ ਆ, ਉਹਨਾਂ ਨੂੰ ਕੋਈ ਅਪੀਲ ਕਿ ਕਿਹੜੇ ਵੇਲੇ ਵਿੱਚ ਜੇ ਉਹਨਾਂ ਨੇ ਐਪਲੀਕੇਸ਼ਨ ਲਾਉਣੀ ਹੈ ਜਾਂ ਤੁਹਾਡੇ ਨਾਲ ਗੱਲਬਾਤ ਕੀਤੀ ਜਾ ਸਕੇ ਕਿ ਭਾਈ ਆ ਜਾਓ, ਦੇਖ ਲਓ, ਲਾ ਲਓ, ਹਨਾ। ਕਈ ਵਾਰ ਅਸੀਂ ਕਹਿੰਦੇ ਛੱਡੋ ਯਾਰ, ਆਏ ਨਹੀਂ, ਬਾਅਦ ਚ ਅਸੀਂ ਪਛਤਾਉਣੇ ਆ। ਹੁਣ ਇਹੀ ਚੀਜ਼ ਆਪਾਂ ਕਰਨ ਲੱਗੇ ਸੀ। ਥੈਂਕ ਯੂ, ਤੁਸੀਂ ਮੈਨੂੰ ਵਧੀਆ ਡਿਟੇਲ ਦੇ ਵਿੱਚ ਪੁੱਛ ਲਿਆ। ਅਗਲਾ ਕਹਿਣਾ ਮੇਰਾ ਇਹੀ ਸੀ ਵੀ ਜਿਵੇਂ ਜੁਲਾਈ ਦੇ ਵਿੱਚ ਆਪਾਂ ਨੂੰ ਹੁਣ ਆਇਆ ਹੋਇਆ ਸਾਰੀ ਤਰ੍ਹਾਂ ਦੇ ਡਰਾ ਨਿਕਲਣੇ ਨੇ, ਚਾਹੇ ਉਹ ਐਕਸਪ੍ਰੈਸ ਐਂਟਰੀ ਦੇ ਵਿੱਚ ਫੈਡਰਲ ਸਕਿਲਡ ਵਰਕਰ ਦਾ, ਕੈਨੇਡੀਅਨ ਐਕਸਪੀਰੀਅੰਸ ਕਲਾਸ ਦਾ, ਪੀਐਨਪੀ ਦਾ, ਫੈਡਰਲ ਸਕਿਲਡ ਟ੍ਰੇਡ ਵਰਕਰ ਦਾ, ਜਿਹੜੇ ਕਿ ਮਾਰਚ 2020 ਤੋਂ ਫੈਡਰਲ ਸਕਿਲਡ ਵਰਕਰ ਦੇ ਰੁਕੇ ਹੋਏ ਸੀਗੇ। 14 ਸਤੰਬਰ 2021 ਤੋਂ ਬਾਅਦ ਕੈਨੇਡੀਅਨ ਐਕਸਪੀਰੀਅੰਸ ਕਲਾਸ ਦਾ ਡਰਾ ਨਹੀਂ ਸੀ ਨਿਕਲਿਆ, ਪੌਜ਼ ਲੱਗਿਆ ਹੋਇਆ ਸੀ। ਹੁਣ ਸਾਰੇ ਨਿਕਲਣਗੇ। ਜਦੋਂ ਹੁਣ ਆਪਾਂ ਉਹ 'ਚ ਦੇਖਦੇ ਹਾਂ ਹਾਊ ਮੈਨੀ ਐਪਲੀਕੈਂਟਸ ਆਰ ਸਿਟਿੰਗ ਦੇਅਰ, ਤਾਂ ਕੱਲ ਦੀ ਤਰੀਕ ਤੱਕ 2,03,000 ਤੋਂ ਉੱਪਰ ਐਪਲੀਕੈਂਟ ਸੀ, ਤੇ ਕਿੰਨੇ ਹੀ ਜਿਹੜੇ ਹੈਗੇ ਨੇ ਆਲਮੋਸਟ 2 ਮਿਲੀਅਨ ਤੋਂ ਉੱਪਰ ਅਨਡਿਸਾਈਡਡ ਕੇਸ ਪਏ ਨੇ, ਜਿਹਦੇ ਚੋਂ 5 ਲੱਖ ਮੈਂ ਕਹੂੰਗਾ ਵਿਜ਼ਟਰ ਵੀਜ਼ਿਆਂ ਵਾਲੇ ਨੇ, ਵਰਕ ਪਰਮਿਟਾਂ ਵਾਲੇ ਨੇ 500,000 ਦੀ ਰੇਂਜ 'ਚ, ਇੱਦਾਂ ਹੀ ਸਪਾਊਸਲ ਕੈਟਾਗਰੀ ਆ 1.5 ਲੱਖ ਤੋਂ ਕਰੀਬ ਉੱਪਰ ਪਿਆ, ਇੱਦਾਂ ਹੀ ਕੈਨੇਡੀਅਨ ਐਕਸਪੀਰੀਅੰਸ ਕਲਾਸ ਸੈਂਟਰ ਪੂਲ ਦੇ ਵਿੱਚ ਪਈ ਆ, ਉਹ ਥੋੜੀ ਆ, ਉਹ 40,000 ਤੋਂ ਵੀ ਘੱਟ ਹੀ ਹੋਊਗੀ। ਤਾਂ ਇਸ ਤਰੀਕੇ ਨਾਲ ਵੀ ਜਿਹੜੇ ਡਾਟੇ ਅੱਜ ਬੋਲਦੇ ਨੇ, ਉਹਦੇ 'ਚ ਇਹ ਦੇਖਣ ਦੀ ਲੋੜ ਆ ਵੀ ਅਸੀਂ ਕਿੰਨੇ ਨੰਬਰਾਂ ਵਾਲੇ ਆ। ਸਭ ਤੋਂ ਪਹਿਲਾਂ ਉੱਪਰ ਲਾਈਨ 'ਚ ਆ ਜਾਈਏ, ਜਿਹੜੀਆਂ ਕਮੀਆਂ ਪੇਸ਼ੀਆਂ ਹੈਗੀਆਂ ਨੇ ਬਿਫੋਰ ਸਬਮਿਸ਼ਨ ਆਫ ਦਾ ਐਪਲੀਕੇਸ਼ਨ, ਜੇ ਆਇਲਟਸ ਇੰਪਰੂਵ ਕਰਨ ਦੀ ਲੋੜ ਆ, ਉਹ ਜੇ ਕੋਈ ਤੁਹਾਡੇ ਕੋਲ ਐਕਸਪੀਰੀਅੰਸ ਘੱਟਦਾ ਵੱਧਦਾ ਸੀਗਾ, ਉਹ ਪੂਰਾ ਕਰਨ ਦੀ ਲੋੜ ਆ। ਸੋ ਗੱਲ ਕੀ ਵੀ ਜੇ ਕੋਈ ਇੱਥੇ ਕਿਸੇ ਦਾ ਰਿਸ਼ਤੇਦਾਰ ਹੈ, ਰਿਸ਼ਤੇਦਾਰ ਨੂੰ ਮੀਨਸ ਆਪਾਂ ਬਾਇਓਲੋਜੀਕਲ ਬ੍ਰਦਰ ਸਿਸਟਰ, ਉਹਦੇ 15 ਨੰਬਰ ਮਿਲ ਜਾਂਦੇ ਨੇ। ਸੋ ਸਾਰੀਆਂ ਚੀਜ਼ਾਂ ਨੂੰ ਮੱਦੇਨਜ਼ਰ ਰੱਖਦੇ ਹੋਏ ਅਗਰ ਆਪਾਂ ਐਕਸਪ੍ਰੈਸ ਐਂਟਰੀ ਦੇ ਸੈਂਟਰ ਪੂਲ 'ਚ ਦਿਸ ਦਾ ਰਾਈਟ ਟਾਈਮ ਟੂ ਅਪਲਾਈ, ਨੰਬਰ ਜਿੰਨੇ ਮਰਜ਼ੀ ਬਣਦੇ ਨੇ, ਜੇ ਕੱਲ ਨੂੰ ਡਰਾ ਨਿਕਲਦੇ ਨੇ। ਹੁਣ ਕੱਲ ਵੀ ਬੈਠਾ ਮੈਂ ਇਹੀ ਪੜ੍ਹ ਰਿਹਾ ਸੀਗਾ ਵੀ ਜਿਹੜੇ 500 ਤੋਂ ਉੱਪਰ ਵਾਲੇ ਬੰਦੇ ਨੇ ਉਹ ਬਾਲੇ ਨਹੀਂ ਹੈਗੇ, 6-7 ਹਜ਼ਾਰ ਦੇ ਵਿਚਾਲੇ ਆ, 6,500 ਦੀ ਰੇਂਜ 'ਚ। ਸੋ ਪਹਿਲੇ 2 ਡਰਾ ਦੇ ਵਿੱਚ ਤਾਂ ਸਮਝ ਲਓ ਜੇ ਆਪਾਂ ਇਹ ਸੋਚੀਏ ਵੀ ਕੱਟ ਆਫ ਸਕੋਰ ਕਿੰਨਾ ਜਾਊਗਾ, ਤਾਂ 500 ਜਾ ਸਕਦਾ ਜੇ 3-4 ਹਜ਼ਾਰ ਵੀ ਇੰਡੀਵਿਜੂਅਲ ਕੱਢਿਆ। ਜੇ ਕਿਸਮਤ ਦੇ ਗੱਫੇ ਖੋਲਤੇ ਜਿਵੇਂ ਪਹਿਲਾਂ ਖੋਲੇ ਸੀਗੇ ਲਾਸਟ ਈਅਰ ਦੇ ਵਿੱਚ, 75 ਕੱਟ ਆਫ ਸਕੋਰ ਗਿਆ, ਇੱਕੋ ਡਰਾ ਦੇ ਵਿੱਚ 27-28 ਹਜ਼ਾਰ ਲੋਕਾਂ ਨੂੰ ਇਨਵੀਟੇਸ਼ਨ ਦਿੱਤਾ ਗਿਆ। ਜੇ ਉਹੀ ਉਹਨਾਂ ਨੂੰ ਬੈਨੀਫਿਟ ਮਿਲਿਆ ਸੀ ਜਿਨ੍ਹਾਂ ਦੀ ਸੈਂਟਰਲ ਪੂਲ 'ਚ ਐਪਲੀਕੇਸ਼ਨ ਲੱਗੀ ਹੋਈ ਸੀ, ਜੋ ਹੁਣ ਆਪਾਂ ਅਜੇ ਤੱਕ ਨਹੀਂ ਲਾਈ। ਜੇ ਕਿਸੇ ਨੇ 2020 ਚ ਲਾਤੀ ਸੀ, ਕਿਉਂਕਿ ਉਹ 1 ਸਾਲ ਲਈ ਸੈਂਟਰਲ ਪੂਲ 'ਚ ਰਹਿੰਦੀ ਹੁੰਦੀ ਆ, ਜੇ 2021 ਚ ਵੀ ਲਾਤੀ ਸੀ ਜਨਵਰੀ ਫਰਵਰੀ 'ਚ, ਤਾਂ ਵੀ ਉਹ ਸੈਂਟਰਲ ਪੂਲ ਦੇ ਵਿੱਚ 1 ਸਾਲ ਲਈ ਰਹਿੰਦੀ ਹੁੰਦੀ ਹੈ। ਸੋ ਆਟੋਮੈਟਿਕਲੀ ਡਰੇਨ ਆਊਟ ਹੋ ਜਾਂਦੀਆਂ ਨੇ। ਜੇ ਕਿਸੇ ਨੇ ਵੀ ਸੈਂਟਰਲ ਪੂਲ ਦੇ ਵਿੱਚ ਐਕਸਪ੍ਰੈਸ ਐਂਟਰੀਜ਼ 4 ਕੈਟਾਗਰੀਆਂ 'ਚੋਂ ਐਪਲੀਕੇਸ਼ਨ ਲਾਉਣੀ ਹੈ, ਚਾਹੇ ਉਹ ਫੈਡਰਲ ਸਕਿਲਡ ਵਰਕਰ, CEC, ਫੈਡਰਲ ਸਕਿਲਡ ਟ੍ਰੇਡ ਵਰਕਰ, PNP, ਫੀਲ ਫਰੀ ਟੂ ਕਾਲ ਸਾਡੀ ਕੰਪਨੀ ਦੇ ਵਿੱਚ ਕਰਨ ਵਾਸਤੇ। ਐਪਲੀਕੇਸ਼ਨ ਦੀ ਕੋਈ ਹੈਲਪ ਚਾਹੀਦੀ ਹੈ ਤਾਂ ਵੀ ਤੁਸੀਂ ਸਾਡੇ ਨਾਲ ਕੰਟੈਕਟ ਕਰ ਸਕਦੇ ਹੋ, ਜਾਂ ਤੁਸੀਂ ਆਪਣੀ ਫ੍ਰੀ ਇਵੈਲੂਏਸ਼ਨ ਕਰਾਉਣੀ ਹੈ ਵੀ ਤੁਹਾਡੇ ਨੰਬਰ ਕਿੰਨੇ ਕੁ ਬਣਦੇ ਨੇ, ਤੁਸੀਂ ਕੀ ਕਰੋ, ਤੁਹਾਨੂੰ ਕਿਹੜੀ ਗਾਈਡੈਂਸ ਦੀ ਜ਼ਰੂਰਤ ਆ, ਇਵੈਲੂਏਸ਼ਨ ਵਗੈਰਾ ਕਰਾਉਣੀ ਆ, ਆਇਲਟਸ 'ਚੋਂ ਕਿੰਨੇ ਸਕੋਰ ਚਾਹੀਦੇ ਨੇ, ਉਹਦੀ ਕੋਈ ਗਾਈਡੈਂਸ ਚਾਹੀਦੀ ਹੈਗੀ ਹੈ ਤਾਂ ਵੀ। ਚਾਹੇ ਉਹ ਤੁਸੀਂ ਇੱਥੇ ਸਟੂਡੈਂਟ ਆਏ ਹੋਏ ਸੀ, ਪੜ੍ਹਾਈ ਪੂਰੀ ਕਰਕੇ ਵਰਕ ਪਰਮਿਟ ਕਰ ਲਿਆ, ਵਰਕ ਪਰਮਿਟ ਤੋਂ ਬਾਅਦ ਹੁਣ ਤੁਸੀਂ ਐਕਸਪੀਰੀਅੰਸ ਵੀ ਹੋ ਗਿਆ, ਚਾਹੇ ਉਹਨਾਂ ਦੀ ਗੱਲ ਆ, ਚਾਹੇ ਕੋਈ ਦੁਨੀਆ ਭਰ 'ਚ ਕਿਤੇ ਵੀ ਆਪਾਂ ਨੂੰ ਦਰਸ਼ਕ ਜਾਂ ਸਰੋਤੇ ਦੇਖ ਰਹੇ ਨੇ ਆਊਟਸਾਈਡ ਕੰਟਰੀ ਦੇ ਵਿੱਚ ਵੀ, ਜੇ ਉੱਥੋਂ ਵੀ ਕਿਸੇ ਨੂੰ ਜ਼ਰੂਰਤ ਹੈਗੀ ਹੈ ਤਾਂ ਵੀ ਤੁਸੀਂ ਸਾਡੇ ਜਿਹੜੇ ਸਕਰੀਨ ਤੇ ਨੰਬਰ ਆ ਰਹੇ ਨੇ ਉੱਤੇ ਫੋਨ ਕਰਕੇ, ਜਾਂ ਮੈਂ ਕਹੂੰਗਾ ਈਮੇਲ ਵੀ ਹੈਗੀ ਸਾਡੀ ਵੈਬਸਾਈਟ ਦੇ ਉੱਪਰ, ਤੁਸੀਂ ਉਸ ਈਮੇਲ 'ਚ ਆਪਣਾ ਰੈਜ਼ੂਮੇ ਜਾਂ ਕੁਝ ਵੀ ਬਾਇਓਡਾਟਾ ਭੇਜ ਕੇ ਜਾਂ ਆਪਣੀ ਸਿੰਪਲ ਡਿਟੇਲ ਇਨਫੋਰਮੇਸ਼ਨ ਵੀ ਦੇ ਦਿਓ। ਜਿੱਥੋਂ ਸ਼ੁਰੂ ਕਰੀਏ ਆਪਾਂ ਵੀ ਤੁਹਾਡੀ ਏਜ ਕਿੰਨੀ ਆ, ਡੇਟ ਆਫ ਬਰਥ, ਤੁਹਾਡੀ ਐਜੂਕੇਸ਼ਨ ਕੀ ਆ,
ਤੁਹਾਡਾ ਐਕਸਪੀਰੀਅੰਸ ਕਿਸ ਫੀਲਡ ਦੇ ਵਿੱਚ ਹੈ, ਕਿਸ ਜੌਬ ਟਾਈਟਲ ਦਾ ਹੈਗਾ, ਪਲੱਸ ਤੁਹਾਡੇ ਸਕੋਰ ਐਕਸਪੈਕਟਡ ਔਰ ਆਏ ਹੋਏ ਆਇਲਟਸ ਦੇ ਵਿੱਚੋਂ ਕਿੰਨੇ ਨੇ, ਤਾਂ ਕਿ ਆਪਾਂ ਉਹਦਾ ਕੀ ਸੋਲੂਸ਼ਨ ਆ ਇਹ ਕਰ ਸਕੀਏ। ਪਲੱਸ ਨਾਲ ਦੀ ਨਾਲ ਜਿਹੜੀ ਅੱਜ ਦੀ ਮੈਂ ਨਵੀਂ ਜਿਹੜੀ ਕਿ ਚੇਂਜਸ ਆਈਆਂ ਨੇ, ਲਾਸਟ ਵੀਕ ਦੀਆਂ ਆਈਆਂ ਹੋਈਆਂ, ਪਰ ਮੈਂ ਆਇਆ ਤੁਹਾਡੇ ਤੇ, ਜਿਵੇਂ ਹੁਣ ਜੀ ਨੋਵਾ ਸਕੋਸ਼ੀਆ ਦੇ ਵਿੱਚ ਕਿੰਨਾ ਟ੍ਰੈਂਡ ਹੁੰਦਾ ਸੀ ਜਾਣ ਦਾ ਇੱਥੋਂ, ਜਾਂ ਨਿਊ ਬ੍ਰਾਂਜ਼ਵਿਕ ਚ, ਹੈ ਨਾ ਜੀ, ਤੇ ਉਹਦੇ ਚ ਬਹੁਤ ਸਾਰੇ ਬੱਚੇ ਵੀ ਇੱਥੋਂ ਗਏ ਨੇ, ਜਾਂ ਬਾਹਰੋਂ ਵੀ ਆਲਮੀ ਬੇਸਡ ਵਰਕ ਪਰਮਿਟ ਤੇ ਲੋਕ ਵੀ ਉੱਥੇ ਆਏ ਨੇ। ਇੱਕ ਜੌਬ ਟਾਈਟਲ ਸੀਗਾ ਉੱਥੇ, ਜਿਹੜੇ ਕਿ ਮੋਸਟਲੀ ਫੂਡ ਇੰਡਸਟਰੀ 'ਚ ਕੰਮ ਕਰਦੇ ਹੁੰਦੇ ਸੀਗੇ, ਫੂਡ ਕਾਊਂਟਰ ਅਟੈਂਡੈਂਟ ਵਗੈਰਾ, ਉਹ ਉਹਨਾਂ ਨੇ ਐਕਸਕਲੂਡ ਕਰਤਾ। ਸੋ ਜੇ ਆਪਾਂ ਉਸ ਇੰਡਸਟਰੀ ਦੇ ਵਿੱਚ ਉਸ ਜੌਬ ਟਾਈਟਲ ਦੇ ਉੱਤੇ ਹੈਗੇ ਆ ਤਾਂ ਉਹ ਐਕਸਕਲੂਡ ਹੋ ਗਿਆ। ਸੋ ਉਸ ਚੀਜ਼ ਦਾ ਹੁਣ ਆਪਾਂ ਨੂੰ ਬੈਨੀਫਿਟ ਨਹੀਂ ਕੋਈ ਹੈਗਾ ਵੀ ਉੱਥੇ ਆਪਾਂ ਐਕਸਪੀਰੀਅੰਸ ਲਈ ਚੱਲੀਏ। ਹਾਂ, ਅਗਰ ਉਸੇ ਇੰਡਸਟਰੀ ਦੇ ਵਿੱਚ ਹੀ ਤੁਸੀਂ ਕਿਚਨ ਹੈਲਪਰ ਜਾਂ ਹੋਰ ਜੌਬ ਟਾਈਟਲ ਜਿਹੜਾ ਕਿ 6711 ਨੌਕ ਕੋਡ ਹੈਗਾ, ਉਹ 'ਚ ਤੁਸੀਂ ਕੰਮ ਕਰਦੇ ਹੋ ਤਾਂ ਨੋ ਐਕਸਪੀਰੀਅੰਸ ਕਾਊਂਟ ਹੁੰਦਾ। ਦੂਸਰਾ, ਨੋਵਾ ਸਕੋਸ਼ੀਆ ਦੀ ਅੱਜ 3-4 ਚੀਜ਼ਾਂ ਨੇ ਜਿਹੜੀਆਂ ਮੈਂ ਸ਼ੇਅਰ ਕਰਨੀਆਂ ਨੇ। ਜਿਵੇਂ ਹੁਣ ਉੱਥੇ ਯੂਨੀਵਰਸਿਟੀ ਸੀਗੀ, ਹੁਣ ਵੀ ਹੈਗੀ ਆ ਨੋਵਾ ਸਕੋਸ਼ੀਆ ਦੀ ਯੂਨੀਵਰਸਿਟੀ, ਉੱਥੋਂ ਜੇ ਤੁਸੀਂ ਸਟੱਡੀ ਕੀਤੀ ਹੋਈ ਆ, ਤੁਹਾਡੇ ਕੋਲ ਵਰਕ ਪਰਮਿਟ ਹੈਗਾ, ਐਕਸਪੀਰੀਅੰਸ ਬੇਸ ਤਾਂ ਪੀਆਰ ਲੱਗਦੀ ਹੁੰਦੀ ਸੀ। ਇੱਕ ਐਡੀਸ਼ਨਲ ਪ੍ਰੋਗਰਾਮ ਹੋਇਆ ਵਾ ਐਂਟਰਪ੍ਰੈਨਿਓਰ, ਵੀ ਜੇ ਤੁਸੀਂ ਕੋਈ ਵੀ ਐਗਜ਼ਿਸਟਿੰਗ ਬਿਜ਼ਨਸ ਪਰਚੇਜ਼ ਕਰਦੇ ਹੋ, ਪਹਿਲਾਂ ਨਹੀਂ ਸੀ ਹੁੰਦਾ ਇਹ, ਪੜ੍ਹਾਈ ਪੂਰੀ ਕੀਤੀ, ਵਰਕ ਪਰਮਿਟ ਤੇ ਤੁਸੀਂ ਵਰਕਰ ਵਰਕਰ ਲਈ ਹੀ ਐਲੀਜੀਬਲ ਹੁੰਦੇ ਸੀ। ਨਾਓ ਵਰਕਰ ਕੈਨ ਬਿਕਮ ਐਂਟਰਪ੍ਰੈਨਿਓਰ ਇਨ ਨੋਵਾ ਸਕੋਸ਼ੀਆ ਓਨਲੀ। ਐਗਜ਼ਿਸਟਿੰਗ ਕੰਪਨੀ 'ਚ ਤੁਹਾਡਾ 33.3% ਦਾ ਜਾਂ ਸ਼ੇਅਰ ਹੋਲਡਰ ਬਣਦੇ ਹੋ, ਬਿਕਾਜ਼ ਕੁਝ ਬੱਚੇ ਹੈਗੇ ਨੇ ਜਿਹੜੇ ਵੈਲ ਟੂ ਡੂ, ਜਾਂ ਉਹਨਾਂ ਨੇ ਸੇਵਿੰਗ ਕੀਤੀ ਹੁੰਦੀ ਆ ਆਪਣੀ, ਜਾਂ ਫੈਮਿਲੀ ਸਪੋਰਟ ਕਰਦੀਆਂ ਨੇ, ਜਾਂ ਬਿਜ਼ਨਸ ਪਰਿਵਾਰਾਂ ਨੂੰ ਬਿਲੋਂਗ ਕਰਦੇ ਹੁੰਦੇ ਨੇ, ਵੀ ਅਗਲੇ ਕਹਿੰਦੇ ਪੜ੍ਹਾਈ ਕਰਕੇ ਅਸੀਂ ਜੌਬ ਨਹੀਂ ਕਰਨੀ, ਅਸੀਂ ਬਿਜ਼ਨਸ ਕਰਨਾ। ਬਿਲਕੁਲ ਠੀਕ ਹੈ। ਦਿਸ ਇਜ਼ ਦਾ ਗੁੱਡ ਓਪਰਚੁਨਿਟੀ ਫॉर देम। ਉਹ ਉਹਦੇ 'ਚ ਐਂਟਰਪ੍ਰੈਨਿਓਰ ਵੀ ਬਣ ਸਕਦੇ ਨੇ। ਸਪੋਜ਼ ਕੋਈ ਉੱਥੇ ਸਾਬੇ ਹੀ ਆ, ਕੋਈ ਟਿਮ ਹਾਰਟਨ ਹੀ ਆ, ਜਾਂ ਮੈਕਡੋਨਲਡ, ਜਾਂ ਕੋਈ ਹੋਰ ਸਟੋਰ ਆ। ਮੈਂ ਇਹਨਾਂ ਦੀ ਇੱਕ ਐਗਜ਼ਾਮਪਲ ਆਪਾਂ ਨਾਰਮਲੀ ਗੱਲ ਕਰਦੇ ਹਾਂ। ਅਗਰ ਉਹ 'ਚ ਤੁਸੀਂ ਤੇ 1/3 ਦੇ ਪਾਰਟਨਰ ਬਣ ਕੇ ਵੀ ਉੱਥੇ ਪਰਮਾਨੈਂਟ ਰੈਜ਼ੀਡੈਂਸੀ 'ਚ ਐਪਲੀਕੇਸ਼ਨ ਕਰ ਸਕਦੇ ਹੋ। ਬਾਕੀ ਉਹਨਾਂ ਨੇ ਹੈਲਥ ਨੂੰ ਇੰਨੀ ਕੁ ਪ੍ਰਾਇੋਰਟੀ ਦਿੱਤੀ ਹੋਈ ਆ, ਜਿਵੇਂ ਨਰਸਜ਼ ਨੇ, ਡਾਕਟਰਜ਼ ਨੇ, ਜਾਂ ਫੈਮਿਲੀ ਫਿਜ਼ੀਸ਼ੀਅਨ ਨੇ, ਬੈਕ ਹੋਮ ਦੇ ਹੈਗੇ ਨੇ, ਚਾਹੇ ਇੱਥੋਂ ਦੇ ਵੀ ਤੁਸੀਂ ਹੈਗੇ ਹੋ, ਉਹਨਾਂ ਦੇ ਕੋਲੇ ਅਗਰ ਸਿੰਪਲ ਉਸ ਪ੍ਰੋਵਿੰਸ ਦੇ ਵਿੱਚ ਕਿਤੋਂ ਵੀ ਜੌਬ ਆਫਰ ਹੈਗੀ ਹੈ, ਜਾਂ ਜਿੱਥੇ ਕੰਮ ਕਰ ਰਹੇ ਨੇ ਉਹ, ਦੇ ਆਰ ਆਲਸੋ ਐਲੀਜੀਬਲ ਪ੍ਰਾਇੋਰਟੀ ਬੇਸ ਦੇ ਉੱਤੇ ਪਰਮਾਨੈਂਟ ਰੈਜ਼ੀਡੈਂਸੀ ਲੈਣ ਲਈ। ਭਾਵੇਂ ਇੱਥੇ ਵੀ ਪੀਆਰ ਹੁੰਦੇ ਨੇ ਨਰਸ, ਡਾਕਟਰਸ ਵਗੈਰਾ, ਜਾਂ ਹੋਰ ਫੀਲਡ ਦੇ ਲੋਕ ਵੀ, ਮੈਡੀਕਲ ਬੈਕਗ੍ਰਾਉਂਡ ਦੇ, ਪਰ ਉਹ ਉੱਥੇ ਕੀ ਆ, ਉੱਥੇ ਈਜ਼ੀ ਆ, ਕਿਉਂਕਿ ਐਜ਼ ਕੰਪੇਅਰ ਟੂ ਇੱਥੇ ਨਾਲੋਂ ਦਿਸ ਇਜ਼ ਓਵਰ ਕਰਾਊਡਡ ਸਟੇਟ ਮੈਂ ਕਹੂੰਗਾ, ਨਾ ontario। ਨੋਵਾ ਸਕੋਸ਼ੀਆ ਵਗੈਰਾ ਇੱਕ ਐਸੇ ਆ ਜਿਹੜੇ ਡਿਵੈਲਪਿੰਗ ਸੂਬੇ ਨੇ, ਜਿੱਥੇ ਪਾਪੂਲੇਸ਼ਨ ਘੱਟ ਆ, ਗਵਰਨਮੈਂਟ ਦੀਆਂ ਪਾਲਿਸੀਆਂ ਹੁੰਦੀਆਂ ਨੇ ਜਿਹੜੇ ਘੱਟ ਪਾਪੂਲੇਸ਼ਨ ਵਾਲੇ ਏਰੀਆ ਨੇ, ਜੇ ਉੱਥੇ ਇਮੀਗ੍ਰੇਸ਼ਨ ਦੀਆਂ ਪਾਲਿਸੀਆਂ ਥੋੜ੍ਹੀਆਂ ਨਰਮ ਕਰ ਦਿੱਤੀਆਂ ਜਾਣ ਐਜ਼ ਕੰਪੇਅਰ ਟੂ ਬਾਕੀ ਕੰਟਰੀ, ਤਾਂ ਉੱਥੇ ਵੀ ਵਾਸਾ ਹੋ ਸਕਦਾ, ਉੱਥੇ ਵੀ ਜਾਨੀ ਪ੍ਰੋਪਰ ਡਿਵੈਲਪਮੈਂਟ ਹੋ ਸਕਦੀ ਹੈ। ਸੋ ਉਹਦੇ ਵਾਸਤੇ ਸਪੈਸ਼ਲੀ ਅੱਜ ਨੋਵਾ ਸਕੋਸ਼ੀਆ ਦੇ ਕੋਈ ਮੈਂ ਟੌਪਿਕ ਕਹੂੰਗਾ ਵੀ ਕਿਸੇ ਨੂੰ ਵੀ ਆਫਟਰ ਦਾ ਸ਼ੋ ਨੋਵਾ ਸਕੋਸ਼ੀਆ, ਚਾਹੇ ਸਟੂਡੈਂਟ ਤੋਂ ਬਾਅਦ ਕੀ ਤਰੀਕਾ, ਚਾਹੇ ਉੱਥੇ ਬਾਹਰੋਂ ਆਉਣ ਦਾ ਕੀ ਤਰੀਕਾ, ਜਾਂ ਜਿਹੜੇ ਜੌਬ ਟਾਈਟਲ ਕਿਹੜੇ ਨਿਕਲ ਗਏ ਨੇ, ਕਿਹੜੇ ਐਲੀਜੀਬਲ, ਈਵਨ ਕਿ ਟਰੱਕ ਡਰਾਈਵਰ, ਜਿਵੇਂ ਹੁਣ ਇੱਥੇ ਪਾਜ਼ ਲੱਗਿਆ ਹੋਇਆ, ਡਰਾ ਨਹੀਂ ਨਿਕਲ ਰਿਹਾ। ਅਗਰ ਨੋਵਾ ਸਕੋਸ਼ੀਆ ਦੀ ਕੰਪਨੀ 'ਚ ਤੁਸੀਂ ਕੰਮ ਕਰਦੇ ਹੋ, ਉੱਥੇ ਤੁਸੀਂ ਰਾਈਟ ਵੇ ਐਲੀਜੀਬਲ ਹੋ ਸਕਦੇ ਹੋ। ਸੋ ਇਸ ਤਰੀਕੇ ਨਾਲ ਜਿਵੇਂ ਲਾਈਟ ਡਿਊਟੀ ਕਲੀਨਰ ਨੇ ਇੱਥੇ ਨਹੀਂ ਹੁੰਦੇ, ਪਰ ਨੋਵਾ ਸਕੋਸ਼ੀਆ ਦਾ ਤੁਹਾਡੇ ਕੋਲ ਐਕਸਪੀਰੀਅੰਸ ਹੈਗਾ, ਜਿੰਨੇ ਕੁ ਮਰਜ਼ੀ ਬੈਂਡ ਨੇ, ਜਿਵੇਂ ਹੁਣ ਇੱਥੇ ਆਪਾਂ 7-7 ਬੈਂਡਾਂ ਦੀ ਡਿਮਾਂਡ ਕਰਦੇ ਹਾਂ, 8-8 ਬੈਂਡਾਂ ਦੀ ਡਿਮਾਂਡ ਕਰਦੇ ਹਾਂ, ਤਾਂ ਕਿਤੇ ਨੰਬਰ ਆਉਂਦਾ। ਜੇ ਉੱਥੇ ਤੁਸੀਂ 5 ਬੈਂਡ ਵੀ ਲੈ ਲਏ ਨਾ, CLB ਲੈਵਲ 4 ਵੀ ਆ ਗਿਆ, ਈਵਨ ਦੈਨ ਯੂ ਆਰ ਐਲੀਜੀਬਲ। ਡਿਊਟੀ ਜਿਹੜੀ ਮਰਜ਼ੀ ਆ, ਛੋਟੀ ਜੌਬ ਆ, ਵੱਡੀ ਜੌਬ ਆ, ਘੱਟ ਪੈਸੇ ਵਾਲੀ ਆ, ਬਹੁਤ ਜ਼ਿਆਦਾ ਪੈਸਿਆਂ ਵਾਲੀ ਜ਼ਰੂਰੀ ਨਹੀਂ ਹੈਗੀ ਜੀ। ਸੋ ਉਹਦੇ ਵਾਸਤੇ ਡਿਟੇਲ ਦੇ ਵਿੱਚ ਤੁਸੀਂ ਸਮਝਣਾ ਚਾਹੁੰਦੇ ਹੋ ਤਾਂ ਫੀਲ ਫਰੀ ਟੂ ਕਾਲ ਸਮਾਰਟ ਇੰਟਰਨੈਸ਼ਨਲ ਇਮੀਗ੍ਰੇਸ਼ਨ ਸੋਲੂਸ਼ਨ। ਤੁਸੀਂ ਮੇਰੇ ਨਾਲ ਜਾਂ ਮਿਸਟਰ ਸੰਜੇ ਸ਼ਰਮਾ ਨਾਲ ਜਿਹੜੇ ਨੰਬਰ ਸਕਰੀਨ ਤੇ ਆ ਰਹੇ ਨੇ ਉਹਨਾਂ ਚੋਂ ਅਪਾਇੰਟਮੈਂਟ ਬਣਾਉਣ ਲਈ ਅਗੇਨ 101 ਨੰਬਰ, ਮੇਰੇ ਨਾਲ ਗੱਲ ਕਰਨ ਲਈ 107 ਨੰਬਰ, ਸੰਜੇ ਸ਼ਰਮਾ ਜੀ ਨਾਲ ਗੱਲ ਕਰਨ ਲਈ 210 ਨੰਬਰ ਤੇ ਫੋਨ ਕਰਕੇ ਡਿਟੇਲ ਜਾਣਕਾਰੀ ਲੈ ਸਕਦੇ ਹਾਂ ਜੀ। ਮਾਨ ਸਾਹਿਬ, ਸਮਾਂ ਜਾਸਤ ਨਹੀਂ ਹੁੰਦਾ, ਪਰ ਮੈਂ ਇੱਕ ਸਵਾਲ ਜ਼ਰੂਰ ਪੁੱਛਣਾ। ਹਾਂਜੀ। ਜਿਵੇਂ ਕਾਫੀ ਆਪਣੇ ਇੰਟਰਨੈਸ਼ਨਲ ਸਟੂਡੈਂਟ ਇੱਥੇ ਪਹੁੰਚੇ ਹੋਏ ਆ। ਹਾਂਜੀ। ਮੈਨੂੰ ਕੱਲ ਕੇ ਪਰਸੋਂ ਕਿਸੇ ਦੀ ਕਾਲ ਆਈ ਸੀ, ਹਾਂਜੀ। ਕਈ ਵਾਰ ਨਾ ਕੋਈ ਪੜ੍ਹਾਈ ਨਹੀਂ ਕੰਪਲੀਟ ਕਰ ਸਕਿਆ, ਕੋਈ ਇੱਧਰ ਉੱਧਰ ਕਰਕੇ, ਠੀਕ ਹੈ ਜੀ, ਉਹਨਾਂ ਨੂੰ ਵਰਕ ਪਰਮਿਟ ਨਹੀਂ ਮਿਲਿਆ ਜਾਂ ਮਿਲਿਆ ਵਾਟਐਵਰ ਕੀ ਹੈ ਹਨਾ, ਕੋਈ ਵਜ੍ਹਾ ਹੋ ਗਈ, ਉਹ ਇੱਥੇ ਇਸ ਤਰ੍ਹਾਂ ਦੀ ਜਿਨ੍ਹਾਂ ਨੂੰ ਪ੍ਰੋਬਲਮ ਆ ਗਈਆਂ, ਠੀਕ ਹੈ, ਜਾਣੇ ਅਣਜਾਣੇ ਦੇ ਵਿੱਚ, ਕਈ ਕਹਿੰਦੇ ਛੱਡੋ ਜੀ ਪੜ੍ਹ ਕੇ ਕੀ ਲੈਣਾ ਹੈ, ਠੀਕ ਹੈ, ਵਾਟਐਵਰ, ਉਹਨਾਂ ਦੇ ਲਈ ਕੋਈ ਹੱਲ ਹੈ? ਬਿਲਕੁਲ ਜੀ, ਇਸ ਤਰੀਕੇ ਦੇ ਬਹੁਤ ਬੱਚੇ ਆਉਂਦੇ ਨੇ ਮੇਰੇ ਕੋਲ। ਕੱਲ ਵੀ ਇਸ ਤਰੀਕੇ ਦਾ ਕੋਈ ਇਹ ਨਿਆਣਾ B ਕਾਲਜ ਦਾ ਸਟੂਡੈਂਟ, ਉਹਨੇ ਪੂਰੀਆਂ ਐਫਰਟਸ ਕੀਤੀਆਂ ਪਰ ਉਹ ਨਹੀਂ ਕੰਫਰਟੇਬਲ ਹੋ ਸਕਿਆ। ਬੈਕ ਹੋਮ ਦੇ ਦੇਖੇ ਨੰਬਰ ਉਹਦੇ
500 ਚੋਂ 480 85 ਯਾਨੀ ਕਿ 90-95% ਤੋਂ ਉੱਪਰ ਆਇਲਟਸ ਚੋਂ 7-7 ਬੈਂਡ। ਅਨਫੋਰਚੂਨੇਟਲੀ ਕਈ ਵਾਰੀ ਕੀ ਹੁੰਦਾ, ਅਸੀਂ ਸ਼ੈਲ ਦੇ ਵਿੱਚ ਰਹਿਣਾ ਸਿੱਖੇ ਹੁੰਦੇ ਆ, ਮਤਲਬ ਸਾਡੇ ਮਾਂ ਪਿਓ, ਸਾਡੇ ਅੱਗੇ ਪਿੱਛੇ ਭੈਣ ਭਰਾ, ਨੌਕਰ ਚਾਕਰ, ਜਿਹੜਾ ਟ੍ਰੈਂਡ ਹੈਗਾ ਉੱਥੇ ਨਾ, ਵੀ ਸਵੇਰੇ ਉੱਠਿਆ ਕਾਕਾ ਜੀ ਨੂੰ ਚਾਹ ਦਾ ਕੱਪ ਸਰਵ ਹੋ ਗਿਆ, ਫਿਰ ਫਟਾਫਟ ਉਹਦੇ ਕੱਪੜੇ ਪ੍ਰੈਸ ਕਰਕੇ ਉਹਨੂੰ ਭੇਜਿਆ ਗਿਆ, ਕੋਈ ਸ਼ੂ ਪਾਲਿਸ਼ ਕਰਨ ਵਾਲਾ ਬੈਠਾ, ਬਾਹਰ ਡਰਾਈਵਰ ਖੜਾ ਜੀ, ਫਟਾਫਟ ਗੱਡੀ ਤਿਆਰ ਆ ਤੁਹਾਡੇ। ਮਤਲਬ ਉਸ ਤਰ੍ਹਾਂ ਦੇ ਮਾਹੌਲ 'ਚ ਪੜ੍ਹੇ, ਨੰਬਰ ਵੀ ਸੋਹਣੇ ਲੈ ਲਏ, ਆਇਲਟਸ 'ਚੋਂ ਵੀ ਸੋਹਣੇ ਆ, ਵਧੀਆ ਸਕੂਲਾਂ 'ਚ, ਵਧੀਆ ਪਰਿਵਾਰਾਂ ਨੂੰ। ਜਦੋਂ ਇੱਥੇ ਆ ਕੇ ਸਟਰਗਲ ਦਾ ਸਾਹਮਣਾ ਕਰਨਾ ਪੈਂਦਾ, ਸਮ ਪੀਪਲ ਕੁਡ ਨਾਟ ਟੋਲਰੇਟ ਦੋਜ਼ ਥਿੰਗਸ। ਆਪਣੇ ਆਪ ਉੱਠਣਾ, ਆਪਣੇ ਆਪ ਖਾਣਾ ਬਣਾਉਣਾ, ਆਪਣੇ ਆਪ ਜਾਣਾ, ਆਪਣੇ ਆਪ ਤਿਆਰ ਹੋਣਾ, ਉਹ ਨਹੀਂ ਕੰਪੈਟੇਬਿਲਿਟੀ ਬੈਠਦੀ। ਅੱਗੇ ਜਾ ਕੇ ਕਾਲਜ ਦੇ ਵਿੱਚ ਬੱਸਾਂ ਤੇ ਜਾਣਾ ਜੀ, ਕਿਉਂਕਿ ਉੱਥੋਂ ਥੋੜਾ ਜਿਹਾ ਇੱਕਦਮ ਮਾਹੌਲ ਚੇਂਜ ਹੋਇਆ ਹੁੰਦਾ ਨਾ। ਹੁਣ ਉਹ ਬੰਦੇ ਨੇ ਪੂਰਾ ਜ਼ੋਰ ਲਾਇਆ ਜੀ, ਐਂਡ ਅੱਖਾਂ 'ਚ ਪਾਣੀ ਸੀ ਵੀ ਮੈਂ ਕੋਈ ਕਮੀ ਨਹੀਂ ਛੱਡੀ, ਪਰ ਮੈਂ ਫੇਲ ਹੁੰਦਾ ਗਿਆ ਸਾਰੇ ਸਬਜੈਕਟਾਂ 'ਚ। ਈਦਰ ਉਹ ਟਰੈਵਲਿੰਗ ਦੇ ਵਿੱਚ ਲਾ ਲਓ, ਜਾਂ ਉਹ ਲੋਨਲੀਨੈਸ ਮਹਿਸੂਸ ਹੋਇਆ, ਜਾਂ ਉਹਦੀ ਕੋਈ ਗੱਲਬਾਤ ਬਣੀ, ਕੁਝ ਵੀ ਇਸ਼ੂ ਸੀਗਾ, ਪਰ ਮੈਨੂੰ ਉਹਦਾ ਬੱਚੇ ਦਾ ਕੋਈ ਕਸੂਰ ਨਹੀਂ ਲੱਗਿਆ। ਉਹਨੂੰ এনवायरमेंट ਜਾਂ ਕੰਡੀਸ਼ਨਸ ਇਸ ਤਰ੍ਹਾਂ ਦੀਆਂ ਹੋ ਗਈਆਂ। ਸੋ ਇਦਾਂ ਦੇ ਬਹੁਤ ਇਨਸੀਡੈਂਟਸ ਹੁੰਦੇ ਨੇ। ਜੇ ਕੋਈ ਬੰਦਾ ਆਪਣਾ ਪ੍ਰੋਫਾਈਲ, ਹੁਣ ਉਹਦੀ ਮੈਂ ਹੈਲਪ ਕਰਨ ਲੱਗਿਆ ਹਾਂ ਜੀ। ਸੋ ਗੱਲ ਕੀ ਵੀ ਕਿਸੇ ਵੀ ਭੈਣ ਭਰਾ ਜਾਂ ਬੱਚੇ ਨੂੰ, ਛੋਟੇ ਨੂੰ, ਵੱਡੇ ਨੂੰ, ਕੋਈ ਲੱਗਦਾ ਵਜ੍ਹਾ ਕਰਕੇ, ਕਿਸੇ ਕਰਕੇ ਵੀ ਕੰਮ ਖਰਾਬ ਹੋ ਗਿਆ, ਜਸਟ ਕਮ ਐਂਡ ਵਿਜ਼ਿਟ ਮੀ, ਟੈਲ ਯੂਰ ਸਟੋਰੀ। ਉਹਦੇ ਜੋ ਆਪਸ਼ਨਸ ਹੋਣਗੀਆਂ, ਜੋ ਸੋਲੂਸ਼ਨ ਹੋਣਗੇ, ਡੈਫੀਨਿਟਲੀ ਉਹਨਾਂ ਨੂੰ ਗਾਈਡ ਕਰਕੇ ਪ੍ਰੋਪਰ ਹੈਲਪ ਕੀਤੀ ਜਾਊਗੀ। ਉਹਦੇ ਵਾਸਤੇ ਤੁਸੀਂ ਇੱਕ ਵਾਰ ਵਿਜ਼ਿਟ ਕਰ ਲਿਓ। ਆਫਿਸ ਦੇ ਨੰਬਰ ਵੀ ਮੈਂ ਦੱਸਤੇ, ਅਪਾਇੰਟਮੈਂਟ ਬਣਾਉਣ ਦਾ ਵੀ 101 ਨੰਬਰ ਐਕਸਟੈਂਸ਼ਨ ਆ। ਸੋ ਇਸ ਤਰੀਕੇ ਨਾਲ ਮੇਰੇ ਨਾਲ ਪਹਿਲਾਂ ਗੱਲ ਕਰਨੀ ਹੈ ਤਾਂ 107 ਨੰਬਰ ਐਕਸਟੈਂਸ਼ਨ ਦੇ ਉੱਤੇ ਤੁਸੀਂ ਗੱਲ ਕਰਕੇ ਇਨਫੋਰਮੇਸ਼ਨ ਸਾਂਝੀ ਕਰ ਸਕਦੇ ਹੋ। ਫਿਰ ਆਪਾਂ ਬੈਠ ਕੇ 1 to 1 ਉਹਨਾਂ ਦੇ ਸੋਲੂਸ਼ਨ ਦਾ, ਉਹਨਾਂ ਦੀ ਪ੍ਰੋਬਲਮ ਦਾ ਸੋਲੂਸ਼ਨ ਕਰਨ ਦੀ ਕੋਸ਼ਿਸ਼ ਕਰਾਂਗੇ ਜੀ। ਮਾਲ ਸਾਹਿਬ, ਥੈਂਕ ਯੂ ਵੈਰੀ ਮਚ। ਥੈਂਕ ਯੂ ਬਰਾੜ ਸਾਹਿਬ, ਐਂਡ ਸਾਰੇ ਦਰਸ਼ਕਾਂ ਨੂੰ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਸੋ ਦੋਸਤੋ, ਇਹ ਸੀ ਮਨਜੀਤ ਮਾਲ ਸਾਹਿਬ, ਸਮਾਰਟ ਇੰਟਰਨੈਸ਼ਨਲ ਇਮੀਗ੍ਰੇਸ਼ਨ। ਤੁਸੀਂ ਗੂਗਲ ਤੇ ਵੀ ਪਾਓਗੇ ਸਮਾਰਟ ਇੰਟਰਨੈਸ਼ਨਲ ਇਮੀਗ੍ਰੇਸ਼ਨ, ਤੇ ਇਹਨਾਂ ਦੇ ਆਫਿਸ ਨੰਬਰ 3 ਬ੍ਰਾਂਚਿਸ ਹੈਗੀਆਂ। ਇਹਨਾਂ ਦੀ ਜਿਹੜੀ ਮੇਨ ਮੈਂ ਕਹੂੰਗਾ ਹੈੱਡ ਆਫਿਸ ਹੈਗਾ ਜੀ, ਉਹ ਹੈਗਾ ਸਟੀਲ ਐਂਡ ਮੇਨ ਹੋਰਨਟਾਰੀਓ ਤੋਂ। ਸਟੀਲ ਤੋਂ ਤੁਸੀਂ ਸਾਊਥ ਵਾਲੇ ਪਾਸੇ ਨੂੰ ਜਾਂਦੇ ਆ ਨਾ, ਬਫਲੋ ਵਾਲਾ ਇੱਕ ਬਿਲਡਿੰਗ ਹੈਗੀ ਹੈ ਜੀ, ਮਾਲ ਸਾਹਿਬ ਵਾਂਗੂ 5-6 ਮੰਜ਼ਲੀ ਆ। ਸੋ ਉੱਥੇ ਤੁਸੀਂ ਜਾਓਗੇ, ਤੁਹਾਨੂੰ ਇਹਨਾਂ ਦੀ ਇਨਫੋਰਮੇਸ਼ਨ ਮਨਜੀਤ ਮਾਲ ਸਾਹਿਬ ਨੂੰ ਮਿਲ ਸਕਦੀ ਹੈ। ਇਹਨਾਂ ਦੀ ਟੀਮ ਮੈਂਬਰ ਸੰਦੇਸ਼ ਸ਼ਰਮਾ ਜੀ ਨੂੰ ਤੁਸੀਂ ਮਿਲ ਸਕਦੇ ਹੋ। ਕੋਈ ਵੀ ਤੁਹਾਡਾ ਇਮੀਗ੍ਰੇਸ਼ਨ ਦੇ ਨਾਲ ਸੰਬੰਧਿਤ ਸਵਾਲ ਹੁੰਦਾ, ਇਹਨਾਂ ਨਾਲ ਗੱਲਬਾਤ ਕਰ ਸਕਦੇ ਹੋ। ਪ੍ਰੋਗਰਾਮ ਦੇਖਣ ਲਈ, ਸੁਣਨ ਲਈ ਤੁਹਾਡਾ ਸਾਰਿਆਂ ਦਾ ਬਹੁਤ ਧੰਨਵਾਦ। ਸਤਿ ਸ੍ਰੀ ਅਕਾਲ।